जी स्टूडेंट्स, वेलकम ऑल बेटा अपने चैनल ਦੇ ਉੱਪਰ ਜਿੱਥੇ ਕਿ ਤੁਹਾਨੂੰ ਮਾਸਟਰ ਕੈਡਰ ਮੈਥਮੈਟਿਕਸ ਨਾਲ ਰਿਲੇਟਡ ਆਪਾਂ ਕੰਟੈਂਟ ਅਵੇਲੇਬਲ ਕਰਵਾਉਂਦੇ ਹਾਂ ਬੇਟਾ। ਤਾਂ ਆਪਾਂ ਨੇ ਪ੍ਰੀਵੀਅਸ ਈਅਰ ਕੁਐਸਚਨਸ ਸਟਾਰਟ ਕੀਤੇ ਹੋਏ ਹੈ 41 61 ਜੋ ਆਪਣਾ ਐਗਜ਼ਾਮ ਹੋਇਆ ਹੈ ਮਾਸਟਰ ਕੈਡਰ ਦਾ ਮੈਥ ਔਰ ਸਾਇੰਸ ਦੋਨਾਂ ਦੇ ਵਿੱਚ ਮਿਲਾ ਕੇ ਜੋ ਮੈਥ ਦੇ ਚੈਪਟਰਸ ਦੇ ਕੁਐਸਚਨਸ ਹੈ ਉਹ ਆਪਾਂ ਡਿਸਕਸ ਕਰ ਰਹੇ ਹਾਂ ਬੇਟਾ। ਅੱਜ ਆਪਣਾ ਚੈਪਟਰ ਹੈ ਕੰਪਲੈਕਸ ਨੰਬਰ। ਕੰਪਲੈਕਸ ਨੰਬਰ ਦੇ ਵਿੱਚ ਟੋਟਲ 12 ਕੁਐਸਚਨਸ ਆਏ ਹੋਏ ਆ ਬੇਟਾ ਆਪਣੇ ਕੋਲੇ ਪੇਪਰ ਦੇ ਵਿੱਚ। ਮੈਥ ਦੇ ਪੇਪਰ ਦੇ ਵਿੱਚ ਹੀ ਆਏ ਸੀ ਆਲ 12 ਕੁਐਸਚਨ। ਸਾਇੰਸ ਦੇ ਪੇਪਰ ਦੇ ਵਿੱਚ ਇੱਕ ਸਿੰਗਲ ਕੁਐਸਚਨ ਵੀ ਕੰਪਲੈਕਸ ਨੰਬਰ ਦੇ ਵਿੱਚੋਂ ਨਹੀਂ ਆਇਆ। ਠੀਕ ਹੈ, तो सारे क्वेश्चंस ਆਪਾਂ ਡਿਸਕਸ ਕਰਾਂਗੇ ਵਿਦ ਸ਼ਾਰਟਕਟਸ ਵੀ ਔਰ ਵਿਦ ਉਹਨਾਂ ਦੇ ਪ੍ਰੋਪਰ ਕਨਸੈਪਟਸ ਦੇ ਨਾਲ। ਠੀਕ ਹੈ ਜੀ, ਹੁਣ ਫਰਸਟ ਕੁਐਸਚਨ ਹੈ ਬੇਟਾ find the cube root of 8 iota lying in the first quadrant of the complex plane where I means iota। ਤਾਂ 8 iota ਦਾ cube root find ਕਰਨਾ ਹੈ ਜੋ ਕਿ first quadrant ਦੇ ਵਿੱਚ lie ਕਰਨਾ ਚਾਹੀਦਾ ਹੈ। ਤਾਂ ਜਦੋਂ first quadrant mention ਕਰਤਾ ਉਹਨਾਂ ਨੇ ਤਾਂ ਬੇਟਾ A option ਤਾਂ ਵੈਸੇ ਹੀ cancel ਹੋ ਗਈ ਕਿਉਂਕਿ A option ਦਾ ਜਿਹੜਾ point ਬਣਦਾ ਹੈ ਉਹ 1 minus root 3 ਬਣਦਾ ਹੈ। X positive ਹੈ y negative ਹੈ ਤਾਂ fourth quadrant ਆ ਰਿਹਾ ਤੇ A option ਤਾਂ ਹੋ ਗਈ cancel। ਆਨਸਰ ਹੈ ਜਿਹੜਾ ਉਹ B C ਜਾਂ D ਆਪਸ਼ਨ ਦੇ ਵਿੱਚੋਂ ਆਏਗਾ। ਜਿਹੜਾ ਆਨਸਰ ਆਏਗਾ ਇਹਨੂੰ ਫਾਈਂਡ ਕਰਨ ਦੇ ਬੇਟਾ ਆਪਣੇ ਕੋਲੇ ਕਈ ਸਾਰੇ ਤਰੀਕੇ ਹੈਗੇ। ਫਰਸਟ ਮੈਥਡ ਹੈ ਜਿਹੜਾ ਥੋੜਾ ਟ੍ਰਿਕੀ ਹੈ, ਮਤਲਬ ਈਜ਼ੀ ਬਹੁਤ ਹੈ ਲੇਕਿਨ ਅਗਰ ਟ੍ਰਿਕ ਸਮਝ ਆਉਂਦੀ ਹੈ ਤਾਂ ਮੰਨ ਲਓ 8 ਆਇਟਾ ਦਾ ਕਿਊਬ ਰੂਟ ਹੈ ਜਿਹੜਾ ਉਹਨੂੰ ਆਪਾਂ z ਮੰਨ ਲਿਆ ਬੇਟਾ। ਤਾਂ ਕਿਊਬਿੰਗ ਕਰਤੀ 8 ਆਇਟਾ ਕਿਹਦੇ ਇਕੁਅਲ ਆ ਗਿਆ z ਕਿਊਬ ਦੇ। ਠੀਕ ਹੈ, ਤਾਂ ਅਗਰ ਇਹ ਦੋ ਕੰਪਲੈਕਸ ਨੰਬਰ ਆਪਸ ਚ ਬਰਾਬਰ ਹੈ ਤਾਂ ਉਹਨਾਂ ਦਾ ਮੋਡੂਲਸ ਵੀ ਕੀ ਹੋਣਾ ਚਾਹੀਦਾ ਹੈ, ਆਪਸ ਚ ਇਕੁਅਲ ਹੋਣਾ ਚਾਹੀਦਾ ਹੈ। ਇਸ ਲਈ ਆਪਾਂ ਦੋਨੋਂ ਸਾਈਡ ਮੋਡੂਲਸ ਲੈ ਲਿਆ। ਹੁਣ 8 ਆਇਟਾ ਦਾ ਮੋਡੂਲਸ ਤਾਂ 8 ਆ ਗਿਆ। ਠੀਕ ਹੈ, ਔਰ ਥਿਊਰੀ ਦੇ ਵਿੱਚ ਆਪਾਂ ਨੇ ਇੱਕ ਰਿਜ਼ਲਟ ਪੜਿਆ ਹੋਇਆ ਕਿ z ਦੀ n ਦਾ ਮੋਡੂਲਸ ਲਈਏ ਤਾਂ ਉਹ ਮੋਡ z ਦੀ ਪਾਵਰ n ਹੁੰਦਾ ਹੈ। ਠੀਕ ਹੈ, ਤਾਂ ਇਹਦਾ ਮਤਲਬ z ਕਿਊਬ ਦਾ ਜਿਹੜਾ ਮੋਡੂਲਸ ਹੈ ਉਹ ਮੋਡ z ਦੀ ਕਿਊਬ ਹੋ ਗਿਆ। ਤੇ ਇਹਦਾ ਮਤਲਬ ਮੋਡ z ਕੀ ਆਣਾ ਚਾਹੀਦਾ 2 ਆਣਾ ਚਾਹੀਦਾ। ਤਾਂ ਆਪਣਾ ਆਨਸਰ ਉਹ ਵਾਲੀ ਆਪਸ਼ਨ ਆਏਗੀ ਬੇਟਾ ਜਿਹਦਾ ਮੋਡੂਲਸ 2 ਬਣਦਾ। ਤਾਂ B ਆਪਸ਼ਨ ਦਾ ਮੋਡੂਲਸ 2 ਨਹੀਂ ਬਣਦਾ, C ਦਾ ਮੋਡੂਲਸ 2 ਨਹੀਂ ਬਣਦਾ, D ਆਪਸ਼ਨ ਦਾ ਮੋਡੂਲਸ ਹੈ। ਮੋਡੂਲਸ ਤਾਂ ਆਪਾਂ ਬੇਟਾ ਔਰਲੀ ਕਰ ਸਕਦੇ ਹਾਂ। ਇਹਦਾ ਮੋਡੂਲਸ ਕਿੰਨਾ ਆ ਗਿਆ 1 + 3 ਦਾ ਅੰਡਰ ਰੂਟ 2। ਇਹਦਾ ਮਤਲਬ ਆਨਸਰ ਆ ਗਿਆ D ਆਪਸ਼ਨ। ਇੱਕ ਤਾਂ ਇਹ ਵਾਲਾ ਮੈਥਡ ਹੈ, ਇਸ ਤਰੀਕੇ ਨਾਲ ਆਪਾਂ ਕੁਐਸਚਨ ਕਰ ਸਕਦੇ ਹਾਂ। ਦੂਸਰਾ ਮੈਥਡ ਹੈ ਬੇਟਾ ਆਪਣੇ ਕੋਲੇ ਬਾਈ ਆਪਸ਼ਨਸ। ਬਾਈ ਆਪਸ਼ਨਸ ਮਤਲਬ ਕਿ ਆਪਾਂ ਕਿਊਬ ਰੂਟ ਫਾਈਂਡ ਕਰਨਾ ਹੈ। ਇਹਦਾ ਮਤਲਬ ਅਗਰ ਆਪਾਂ ਆਪਸ਼ਨ ਦਾ ਕਿਊਬ ਕਰਾਂਗੇ ਤਾਂ ਆਪਣੇ ਕੋਲੇ 8 ਆਇਟਾ ਆਣਾ ਚਾਹੀਦਾ ਹੈ। ਠੀਕ ਹੈ, ਇਹ ਆਪਸ਼ਨ ਜਿਹਦੇ ਵਿੱਚੋਂ ਕੈਨਸਲ ਹੋ ਚੁੱਕੀ ਹੈ ਕਿਉਂਕਿ ਉਹ ਆਨਸਰ ਹੋ ਹੀ ਨਹੀਂ ਸਕਦਾ। ਤਾਂ ਆਪਾਂ ਨੂੰ B C ਔਰ D ਤਿੰਨਾਂ ਦਾ ਕਿਊਬ ਕਰਨਾ ਪੈਣਾ ਹੈ। ਔਖਾ ਕੰਮ ਨਹੀਂ ਹੈ ਲੇਕਿਨ ਟਾਈਮ ਤਾਂ ਕੰਜ਼ਿਊਮ ਹੋਏਗਾ ਬੇਟਾ ਜੇ ਅਗਰ ਪਹਿਲਾਂ ਤੁਸੀਂ B ਦਾ ਕਰੋਗੇ ਫਿਰ C ਦਾ ਕਰੋਗੇ। ਤਾਂ ਇਸ ਕਰਕੇ ਆਪਾਂ ਨੇ ਇਹ ਮੈਥਡ ਅਗਰ ਆਪਣੇ ਮਾਈਂਡ 'ਚ ਆਉਣਾ ਚਾਹੀਦਾ ਹੈ। ਠੀਕ ਹੈ, ਕਿਉਂਕਿ ਥਿਊਰੀ ਸਾਰੀ ਪੜ੍ਹੀ ਹੋਈ ਹੈ। ਤਾਂ ਕਿਊਬਿੰਗ ਤੁਹਾਨੂੰ ਕਰਕੇ ਦਿਖਾਤੀ ਬੇਟਾ B ਔਰ C ਦੀ ਤੁਸੀਂ ਚੈੱਕ ਕਰੋਗੇ 8 ਆਇਟਾ ਨਹੀਂ ਆਂਦੀ। D ਦੀ ਆਪਾਂ D ਆਪਸ਼ਨ ਦੀ ਕਿਊਬਿੰਗ ਕਰਕੇ ਦਿਖਾਤੀ ਕਿ D ਆਪਸ਼ਨ ਨੂੰ ਕਿਊਬ ਕਰਦੇ ਆ ਤਾਂ 8 ਆਇਟਾ ਆ ਜਾਂਦਾ ਹੈ। ਠੀਕ ਹੈ, ਹੋਰ ਵੀ ਮੈਥਡ ਹੈ ਬੇਟਾ ਆਪਣੇ ਕੋਲੇ ਸੇਮ ਕੁਐਸਚਨ ਨੂੰ ਕਰਨ ਦਾ ਬੇਟਾ ਦੈਟ ਇਜ਼ ਦਾ ਬਾਈ ਯੂਜ਼ਿੰਗ ਡੀ ਮੋਇਵਰਸ ਥਿਓਰਮ। ਠੀਕ ਹੈ, ਤਾਂ ਡੀ ਮੋਇਵਰਸ ਥਿਓਰਮ ਦੇ ਵਿੱਚ ਆਪਾਂ ਰੂਟਸ ਫਾਈਂਡ ਕਰਦੇ ਆ ਜਦੋਂ n ਰੈਸ਼ਨਲ ਨੰਬਰ ਹੁੰਦਾ ਹੈ ਨਾ। ਤਾਂ ਇੱਥੇ 8 ਆਇਟਾ ਦੀ 1/3 ਫਾਈਂਡ ਕਰਨੀ ਹੈ। ਤਾਂ 8 ਦੀ 1/3 ਤਾਂ 2 ਆ ਗਈ ਜਿਹਨੂੰ ਬਾਹਰ ਲਿਖ ਲਿਆ। ਆਇਓਟਾ ਦਾ ਕਿਊਬ ਰੂਟ ਫਾਈਂਡ ਕਰਨਾ ਹੈ, ਆਇਓਟਾ ਦੀ ਪਾਵਰ 1/3 ਕਰਨੀ ਹੈ। ਆਇਓਟਾ ਨੂੰ ਆਪਾਂ ਕੀ ਲਿਖ ਸਕਦੇ ਹਾਂ ਆਇਓਟਾ ਸਿਸ π/2। ਠੀਕ ਹੈ, ਤਾਂ ਸਾਰਿਆਂ ਨੂੰ ਪਤਾ ਹੈ ਕਿ ਸਿਸ π/2 ਦਾ ਮਤਲਬ ਕੀ ਹੁੰਦਾ ਹੈ cos π/2 ਪਲੱਸ ਆਇਓਟਾ sin π/2। ਹੁਣ cos π/2 ਕੀ ਹੁੰਦਾ ਹੈ 0 ਤੇ sin π/2 1। ਤਾਂ ਸਿਸ π/2 ਦੀ ਵੈਲਿਊ ਕੀ ਆ ਗਈ ਬੇਟਾ ਆਇਓਟਾ। ਤਾਂ ਆਇਓਟਾ ਨੂੰ ਆਪਾਂ ਸਿਸ π/2 ਲਿਖ ਲਿਆ। ਠੀਕ ਹੈ, ਤਾਂ ਜਦੋਂ ਉਹਦੇ ਆਪਾਂ ਰੂਟਸ ਫਾਈਂਡ ਕਰਨੇ ਹੁੰਦੇ ਆ ਤਾਂ ਕਿਉਂਕਿ ਉਹਦੇ 3 ਰੂਟਸ ਆਣੇ ਚਾਹੀਦੇ ਆ ਤਾਂ ਇਸ ਕਰਕੇ ਆਪਾਂ ਕੀ ਕਰਦੇ ਆ ਉਹਦੇ ਵਿੱਚ ਉਹਦਾ ਪੀਰੀਅਡ ਐਡ ਕਰਦੇ ਆ। ਤਾਂ 2k π ਐਡ ਕਰਤਾ ਤਾਂ 2k π ਪੀਰੀਅਡ ਐਡ ਕਰਕੇ ਅਪਨ 3 ਔਰ k ਦੀ ਵੈਲਿਊ ਕੀ ਹੋਏਗੀ ਬੇਟਾ k ਦੀ ਵੈਲਿਊ 0 1 ਤੇ 2 ਕਿਉਂਕਿ 3 ਹੈ ਤਾਂ 3 ਰੂਟ ਆਉਣਗੇ ਔਰ k ਦੀ ਵੈਲਿਊ ਕੀ ਹੁੰਦੀ ਹੈ ਜਦੋਂ ਆਪਾਂ p/q ਲੈਂਦੇ ਆ ਜਿੰਨਾ ਇੱਥੇ ਲਿਖਿਆ ਹੁੰਦਾ ਉਸ ਤੋਂ ਇੱਕ ਘੱਟ ਤੱਕ ਆਉਂਦੀ ਹੈ। ਸਾਰਾ ਕਨਸੈਪਟ ਆਪਾਂ ਡਿਟੇਲ ਦੇ ਵਿੱਚ ਥਿਊਰੀ 'ਚ ਪੜਿਆ ਹੋਇਆ ਬੇਟਾ ਇਹ ਵੀ। ਠੀਕ ਹੈ, ਹੁਣ k ਨੂੰ 0 ਪੁੱਟ ਕਰਾਂਗੇ ਆ ਬਣ ਜਾਏਗਾ, 1 ਪੁੱਟ ਕਰਾਂਗੇ 2 ਪੁੱਟ ਕਰਾਂਗੇ। ਠੀਕ ਹੈ, ਤਾਂ ਇੱਥੇ ਵੀ ਆ ਕੇ ਕੁਐਸਚਨ ਆਪਾਂ ਖਤਮ ਕਰ ਸਕਦੇ ਹਾਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਹੁੰਦਾ ਹੈ ਪੋਲਰ ਫਾਰਮ ਹੁੰਦੀ ਹੈ ਮੋਡੂਲਸ ਐਂਪਲੀਟਿਊਡ ਫਾਰਮ। ਤਾਂ π/6 ਮਤਲਬ 30 ਡਿਗਰੀ ਹੈ
30 डिग्री एंगल है तो फर्स्ट क्वाड्रेंट है। 5 पाई बाय 6 150 है, सेकंड क्वाड्रेंट है। 3 पाई बाय 2 इतना थर्ड ਤੇ फोर्थ क्वाड्रेंट ਦੇ ਮਿਡਲ ਚ ਆ ਗਿਆ, ਵਾਈ ਐਕਸਿਸ ਆ ਗਿਆ ਹੈ ਨਾ, 네ਗੇਟਿਵ ਵਾਈ ਐਕਸਿਸ। ਤਾਂ ਫਸਟ ਕੁਆਡਰੈਂਟ ਤਾਂ ਆਹੀ ਵਾਲਾ ਆ ਗਿਆ, ਖਤਮ ਹੋ ਗਿਆ ਕੁਐਸਚਨ। ਜੇ ਫਿਰ ਵੀ ਨਹੀਂ ਪਤਾ ਲੱਗਦਾ ਬੇਟਾ ਆਪਾਂ ਨੂੰ, ਤਾਂ ਇਹਨੂੰ ਆਪਾਂ ਸੋਲਵ ਕਰਾਂਗੇ। 6 ਪਾਈ ਬਾय 6 ਕਿੰਨਾ ਹੋ ਗਿਆ, cos 30 sin 30। cos 30 ਦੀ ਵੈਲਿਊ √3/2, sin 30 ਦੀ ਵੈਲਿਊ 1/2, 2 ਨਾਲ 2 ਹੋ ਗਿਆ ਆਪਣਾ ਕੈਂਸਲ, ਆਨਸਰ ਆ ਗਿਆ √3 ਪਲੱਸ ਆਇਓਟਾ। ਤਾਂ ਦੋ ਤਿੰਨ ਮੈਥਡ ਅਵੇਲੇਬਲ ਹੈ, ਚੰਗੀ ਤਰ੍ਹਾਂ ਇਹਨਾਂ ਨੂੰ ਸਮਝੋ, ਫਿਰ ਸੋਚੋ ਕਿ ਸਾਡੇ ਦਿਮਾਗ ਦੇ ਵਿੱਚ ਕਿਹੜਾ ਮੈਥਡ ਆਉਂਦਾ। ਤੁਸੀਂ ਪੇਪਰ 'ਚ ਕਿਹੜਾ ਮੈਥਡ ਨਾਲ ਕਰਕੇ ਆਏ ਉਹ ਵੀ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ, ਕਿੰਨਾ ਟਾਈਮ ਕੰਜ਼ਿਊਮ ਹੋ ਗਿਆ ਜਾਂ ਤੁਹਾਨੂੰ ਤਿੰਨਾਂ ਵਿੱਚੋਂ ਕਿਹੜਾ ਮੈਥਡ ਅੱਛਾ ਲੱਗਿਆ। ਠੀਕ ਹੈ। ਸੈਕੰਡ ਕੁਐਸਚਨ ਹੈ ਬੇਟਾ, ਇਨਇਕੁਐਲਿਟੀ z-4 ਦਾ ਮੋਡੂਲਸ -z-2 ਦਾ ਮੋਡੂਲਸ ਰਿਪਰੈਜ਼ੈਂਟਸ ਦਾ ਰੀਜ਼ਨ। ਇਹ ਤਾਂ ਆਪਣੀ ਬੁਕਲੇਟ ਚੋਂ ਹੀ ਕੁਐਸਚਨ ਹੈ ਬੇਟਾ, ਸਿੰਪਲ ਕੁਐਸਚਨ ਹੈ, ਸਾਰਿਆਂ ਨੂੰ ਹੀ ਆਉਂਦਾ ਕੁਐਸਚਨ। ਕਰਨ ਦਾ ਤਰੀਕਾ ਵੀ ਬਿਲਕੁਲ ਆਸਾਨ ਹੈ, ਪ੍ਰੋਪਰ ਸਮਝ ਆਉਂਦਾ ਆਪਾਂ ਨੂੰ ਕਿ z ਨੂੰ ਆਪਾਂ x plus iota y ਪੁੱਟ ਕਰਤਾ, ਇੱਥੇ ਵੀ z ਨੂੰ x plus iota y ਪੁੱਟ ਕਰਤਾ, ਫਿਰ ਉਹਦਾ ਮੋਡੂਲਸ ਲੈ ਲਿਆ, ਰੀਅਲ ਪਾਰਟ ਦਾ ਸਕੁਅਰ ਪਲੱਸ ਇਮੇਜਿਨਰੀ ਦਾ ਸਕੁਅਰ, ਰੀਅਲ ਪਾਰਟ ਦਾ ਸਕੁਅਰ ਪਲੱਸ ਇਮੇਜਿਨਰੀ ਦਾ ਸਕੁਅਰ, ਫਿਰ ਸਕੇਅਰਿੰਗ ਕਰਤੀ। ਠੀਕ ਹੈ। ਤਾਂ ਆਪਾਂ ਜਦੋਂ ਕੁਐਸਚਨ ਕਰਦੇ ਆ ਤਾਂ ਆਪਾਂ ਨੂੰ ਆਹ ਸਟੈਪ ਲਿਖਣ ਦੀ ਲੋੜ ਨਹੀਂ ਪੈਂਦੀ, ਤੁਸੀਂ ਇਮੇਜਿਨ ਕਰਕੇ ਦੇਖੋ, ਜੇ ਤੁਸੀਂ ਉਹ ਸਟੈਪ ਨਾ ਲਿਖਿਆ ਹੋਏ ਡਾਇਰੈਕਟ ਸਕੇਅਰਿੰਗ ਕਰਕੇ ਮੋਡੂਲਸ ਦਾ, ਤਾਂ ਨੀਚੇ ਵਾਲਾ ਸਟੈਪ ਲਿਖ ਸਕਦੇ ਹੋ ਨਾ। ਤਾਂ ਕੋਸ਼ਿਸ਼ ਕਰਨੀ ਹੈ ਬੇਟਾ ਕਿ ਟਾਈਮ ਬਚਾਉਣਾ ਹੈ ਪੇਪਰ ਦੇ ਵਿੱਚ, ਇਸ ਤਰ੍ਹਾਂ ਹੀ ਛੋਟੇ ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਾਂ ਟਾਈਮ ਸੇਵ ਕਰ ਸਕਦੇ ਹਾਂ, ਤਾਂ ਪੂਰੇ ਸਟੈਪ ਲਿਖਣ ਦੀ ਜ਼ਰੂਰਤ ਨਹੀਂ ਹੈ। ਤਾਂ ਉਸ ਤੋਂ ਬਾਅਦ ਕੀ ਹੋ ਗਿਆ, ਇਹਦੇ ਵਿੱਚ ਸਕੇਅਰਿੰਗ ਕੀਤੀ ਤਾਂ x ਸਕੁਅਰ ਨਾਲ x ਸਕੁਅਰ ਕੈਂਸਲ, y ਸਕੁਅਰ ਨਾਲ y ਸਕੁਅਰ ਕੈਂਸਲ, 12 ਲੈਸ ਦੈਨ 4x, x ਗ੍ਰੇਟਰ ਦੈਨ 3 ਆ ਗਿਆ, ਤੇ x ਕੀ ਹੁੰਦਾ ਬੇਟਾ, ਰੀਅਲ ਪਾਰਟ। ਤਾਂ ਰੀਅਲ ਪਾਰਟ ਆਫ z ਗ੍ਰੇਟਰ ਦੈਨ 3 ਆਣਾ ਚਾਹੀਦਾ ਸੀ, ਬਟ ਉਹ ਆਪਸ਼ਨ ਦੇ ਵਿੱਚ ਨਾ ਹੋਣ ਕਰਕੇ ਇਹ ਕੁਐਸਚਨ ਨੂੰ ਡ੍ਰੌਪ ਕਰ ਦਿੱਤਾ ਗਿਆ। ਠੀਕ ਹੈ, ਡ੍ਰੌਪ ਮਤਲਬ ਸਾਰੇ ਬੱਚਿਆਂ ਨੂੰ ਇਸ ਦਾ ਨੰਬਰ ਦਿੱਤਾ ਜਾਏਗਾ, ਚਾਹੇ ਉਹਨੇ ਕੀਤਾ ਜਾਂ ਨਹੀਂ ਕੀਤਾ। ਠੀਕ ਹੈ, ਜਾਂ ਫਿਰ ਇਸ ਕੁਐਸਚਨ ਨੂੰ ਆਪਾਂ ਕੰਸੀਡਰ ਹੀ ਨਹੀਂ ਕਰਾਂਗੇ। ਠੀਕ ਹੈ। ਥਰਡ ਕੁਐਸਚਨ ਹੈ ਬੇਟਾ, x ਦੀ ਵੈਲਿਊ ਦਿੱਤੀ ਹੋਈ ਹੈ -5 + 2 ਸਕੁਅਰ ਰੂਟ ਆਫ -4, ਤੇ ਵੈਲਿਊ ਫਾਈਂਡ ਕਰਨੀ ਹੈ ਆਪਾਂ ਨੇ x4 + 9x³ + 35x² - x + 4। ਹੁਣ ਇਸ ਕੁਐਸਚਨ ਨੂੰ ਕਰਨ ਦੇ ਵੀ ਦੋ ਮੈਥਡ ਅਵੇਲੇਬਲ ਹੈ ਬੇਟਾ ਆਪਣੇ ਕੋਲ। ਪਹਿਲਾ ਮੈਥਡ ਤਾਂ ਇਹ ਹੁੰਦਾ ਕਿ x ਦੀ ਵੈਲਿਊ ਗਿਵਨ ਹੈ, ਡਾਇਰੈਕਟਲੀ x ਦੀ ਜਗ੍ਹਾ ਤੇ ਵੈਲਿਊ ਪੁੱਟ ਕਰ ਦਿਓ, ਜਿੱਥੇ ਜਿੱਥੇ x ਲਿਖਿਆ ਬੇਟਾ ਉੱਥੇ ਉੱਥੇ ਵੈਲਿਊ ਪੁੱਟ ਕਰ ਦਿਓ। ਠੀਕ ਹੈ, ਮੈਥਡ ਸਾਰਿਆਂ ਨੂੰ ਸਮਝ ਆਉਂਦਾ ਵੀ ਕਰਨਾ ਕੀ ਹੈ, ਲੇਕਿਨ ਇਹ ਮੈਥਡ ਡਿਫਿਕਲਟ ਹੈ। ਮੈਨੂੰ ਨਹੀਂ ਲੱਗਦਾ ਕਿ ਕਿਸੇ ਬੱਚੇ ਨੇ ਇਸ ਮੈਥਡ ਨਾਲ ਕੁਐਸਚਨ ਕਰਨ ਦੀ ਟਰਾਈ ਕੀਤੀ ਹੋਈ ਹੈ ਐਗਜ਼ਾਮ ਦੇ ਵਿੱਚ ਤੇ ਕਿਸੇ ਦਾ ਕੁਐਸਚਨ ਸੋਲਵ ਹੋ ਗਿਆ ਹੋਵੇ। ਠੀਕ ਹੈ, ਜੇ ਕਿਸੇ ਦਾ ਕੁਐਸਚਨ ਤੁਹਾਡੇ ਚੋਂ ਸੋਲਵ ਹੋ ਗਿਆ ਸੀ ਇਸ ਮੈਥਡ ਨਾਲ ਤਾਂ ਰਿਪਲਾਈ ਜ਼ਰੂਰ ਕਰਿਓ ਬੇਟਾ ਕਮੈਂਟ ਸੈਕਸ਼ਨ 'ਚ, ਤਾਂ ਕਿ ਬਾਕੀ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਇਹ ਮੈਥਡ ਨਾਲ ਕਰਨਾ ਚਾਹੀਦਾ ਕਿ ਨਹੀਂ। ਮੈਥਡ ਇਹ ਬਹੁਤ ਆਸਾਨ ਹੈ ਲੇਕਿਨ ਕੈਲਕੂਲੇਸ਼ਨ ਡਿਫਿਕਲਟ ਹੈ। ਮੈਥਡ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਬੇਟਾ ਕਿ x ਦਿੱਤਾ, ਪਹਿਲਾਂ x² ਫਾਈਂਡ ਕਰ ਲਓ, ਫਿਰ x³ ਫਾਈਂਡ ਕਰ ਲਓ, ਫਿਰ x4 ਫਾਈਂਡ ਕਰ ਲਓ। x4 ਆਪਾਂ x² ਦਾ ਸਕੁਅਰ ਕਰ ਦਿੱਤਾ। ਠੀਕ ਹੈ, ਤੇ ਫਿਰ ਇਹ ਸਾਰੀਆਂ ਵੈਲਿਊਜ਼ ਹੈ ਜਿਹੜੀਆਂ ਇੱਥੇ ਪੁੱਟ ਕਰਤੀਆਂ। ਠੀਕ ਹੈ, ਵੈਲਿਊਜ਼ ਪੁੱਟ ਕੀਤੀਆਂ, ਕੈਲਕੂਲੇਸ਼ਨ ਕੀਤੀ ਤਾਂ ਆਨਸਰ ਆ ਗਿਆ। ਲੇਕਿਨ ਜਦੋਂ ਐਗਜ਼ਾਮ ਦਾ ਪ੍ਰੈਸ਼ਰ ਹੁੰਦਾ ਬੇਟਾ ਇੰਨੀ ਕੈਲਕੂਲੇਸ਼ਨ ਕਰਨੀ ਪੋਸੀਬਲ ਨਹੀਂ ਹੋ ਪਾਉਂਦੀ। ਠੀਕ ਹੈ, ਇਹਦਾ ਦੂਸਰਾ ਮੈਥਡ ਆਪਾਂ ਨੇ ਕਿਹਾ ਸੀ ਕਿ ਅਗਰ ਕੁਐਸਚਨ ਤੁਹਾਡਾ ਕਿਊਬ ਤੱਕ ਹੋਵੇ ਨਾ ਫਿਰ ਤਾਂ ਤੁਸੀਂ ਮੈਥਡ 1 ਟਰਾਈ ਕਰੋ। ਮੈਥਡ 1 ਬੈਸਟ ਹੈ ਅਗਰ ਕੁਐਸਚਨ ਸਿਰਫ ਕਿਊਬ ਤੱਕ ਹੈ, ਮਤਲਬ x4 ਨਾ ਹੁੰਦਾ, ਅਗਰ ਕੱਲਾ 9x³ ਤੱਕ ਹੋਏ ਫਿਰ ਠੀਕ ਰਹਿੰਦਾ ਉਹ ਮੈਥਡ ਲਗਾਉਣਾ। ਲੇਕਿਨ ਅਗਰ 4 ਆ ਜਾਂਦੀ ਹੈ ਪਾਵਰ, ਫਿਰ ਆਪਾਂ ਕੀ ਕਰਦੇ ਹਾਂ, x ਦਿੱਤਾ ਹੋਇਆ ਆਪਾਂ ਨੂੰ -5 + 4 ਆਇਟਾ, ਤਾਂ -5 ਨੂੰ ਇੱਧਰ ਲਿਆਂਦਾ, x + 5 4 ਆਇਟਾ, ਸਕੇਅਰਿੰਗ ਕਰਤੀ ਬੇਟਾ, ਤਾਂ ਉੱਥੋਂ ਇੱਕ ਐਕਸਪ੍ਰੈਸ਼ਨ ਬਣਾ ਲਿਆ ਜਿਹਦੀ ਵੈਲਿਊ 0 ਹੈ। ਫਿਰ ਆਪਾਂ ਕੀ ਕਰਦੇ ਹਾਂ, ਲੌਂਗ ਡਿਵੀਜ਼ਨ ਮੈਥਡ ਯੂਜ਼ ਕਰਦੇ ਹਾਂ। ਤਾਂ ਜੋ ਇਸ ਚੀਜ਼ ਦੀ ਵੈਲਿਊ ਫਾਈਂਡ ਕਰਨੀ ਹੈ ਉਹਨੂੰ x² + 10x + 41 ਨਾਲ ਡਿਵਾਈਡ ਕੀਤਾ, ਆਹ ਕੁਐਸਚੈਂਟ ਆ ਗਿਆ ਔਰ ਆਹ ਰਿਮਾਈਂਡਰ। ਵੈਸੇ ਤਾਂ ਥਿਊਰੀ 'ਚ ਤੁਹਾਨੂੰ ਦੱਸਿਆ ਬੇਟਾ ਜਿਹੜਾ ਰਿਮਾਈਂਡਰ ਹੈ ਉਹ ਆਨਸਰ ਆ ਜਾਂਦਾ, ਪਰ ਕਿਉਂ ਆ ਜਾਂਦਾ ਹੈ ਤਾਂ ਉਹ ਐਕਸਪਲੇਨ ਕੀਤਾ ਕਿ ਇਸ ਚੀਜ਼ ਨੂੰ ਆਪਾਂ ਕੀ ਲਿਖ ਸਕਦੇ ਹਾਂ। ਠੀਕ ਹੈ, ਇਸ ਨਾਲ ਆਪਾਂ ਡਿਵਾਈਡ ਕਰ ਰਹੇ ਸੀ ਇਨਟੂ ਕੁਐਸਚੈਂਟ ਪਲੱਸ ਰਿਮਾਈਂਡਰ, ਤਾਂ ਹੁਣ x² + 10x + 41 ਦੀ ਵੈਲਿਊ ਤਾਂ 0 ਹੈ ਆਪਣੇ ਕੋਲੇ। ਠੀਕ ਹੈ, ਤਾਂ 0 ਇਨਟੂ ਦਿਸ 0 ਹੋ ਜਾਏਗਾ, ਤਾਂ ਆਪਣੇ ਕੋਲੇ -160 ਆਨਸਰ ਆ ਜਾਏਗਾ। ਤਾਂ ਦੋ ਮੈਥਡ ਹੈ, ਇਹ ਵਾਲਾ ਮੈਥਡ ਵੀ ਹਾਲਾਂਕਿ ਲੈਂਥੀ ਜ਼ਰੂਰ ਹੈ ਬਟ ਇਹ ਉਹਦੇ ਨਾਲੋਂ ਕਰਨ ਦੇ ਵਿੱਚ ਈਜ਼ੀ ਹੈ, ਟਾਈਮ ਘੱਟ ਕੰਜ਼ਿਊਮ ਕਰਦਾ ਹੈ ਕਿਉਂਕਿ ਕੈਲਕੂਲੇਸ਼ਨ ਫਾਸਟ ਹੋ ਹੀ ਜਾਂਦੀ ਹੈ ਬੇਟਾ। ठीक है, स्क्वायर रूट ऑफ कॉम्प्लेक्स नंबर। ठीक है, फोर्थ क्वेश्चन है स्क्वायर रूट ऑफ कॉम्प्लेक्स नंबर। ਤਾਂ ਨੰਬਰ ਦਿੱਤੇ ਹੋਏ ਹੈ ਤਾਂ ਇਹਦੇ ਕਰਨ ਦੇ ਬਹੁਤ ਸਾਰੇ ਤਰੀਕੇ ਆਪਣੇ ਕੋਲੇ ਹੈਗੇ ਆ। ਤੁਹਾਨੂੰ ਦੱਸਿਆ ਬੇਟਾ ਸ਼ਾਰਟ ਟ੍ਰਿਕ ਕਿ ਅਗਰ ਇੱਥੇ ਪਲੱਸ ਆ ਜਾਂਦਾ ਵਿੱਚ ਤਾਂ ਆਨਸਰ ਦੇ ਵਿੱਚ ਵੀ ਪਲੱਸ ਆਉਣਾ ਚਾਹੀਦਾ ਹੈ। ਤਾਂ ਇਟ ਮੀਨਸ ਬਿਨਾ ਸੋਲਵ ਕੀਤੇ ਆਪਾਂ ਨੂੰ ਪਤਾ B ਔਰ D ਤਾਂ ਆਨਸਰ ਹੋ ਨਹੀਂ ਸਕਦੇ, ਤਾਂ ਆਨਸਰ A ਔਰ C ਦੇ ਵਿੱਚੋਂ ਹੀ ਕੋਈ ਹੋਏਗਾ। ਤਾਂ ਆਪਾਂ ਕੀ ਕਰਦੇ ਹਾਂ, ਸਕੇਅਰਿੰਗ ਕਰਕੇ ਦੇਖ ਲੈਂਦੇ ਹਾਂ।
ए ऑप्शन का स्केयर किया तो 5 + 12 आइटा आ गया, सही बन गया। क्वेश्चन हो गया अपना खत्म विद इन सेकंड्स, ये आंसर आ गया था। दूसरा अपने को प्रॉपर मैथड भी है जो कि अपने थ्योरी ਦੇ ਵਿੱਚ एग्जांपल ਤੁਹਾਨੂੰ ਸੋਲਵ ਕਰਵਾਈ ਹੋਈ ਹੈ ਬੇਟਾ, ਸੇਮ ਇਹੀ एग्जांपल ਸੀ ਜਿਹੜੀ ਆਪਣੇ ਨੋਟਸ ਦੇ ਵਿੱਚ ਸੋਲਵ ਕੀਤੀ ਹੋਈ ਸੀ 5 + 12 ਆਇਟਾ। ਠੀਕ ਹੈ, ਤਾਂ x + ਆਇਟਾ y ਮੰਨ ਕੇ ਸਕੇਅਰਿੰਗ ਕਰਕੇ ਜਿਵੇਂ ਕਰਦੇ ਹੁੰਨੇ ਆ, ਤਾਂ ਨੋਟਸ 'ਚ ਤੁਸੀਂ ਦੇਖਿਆ ਹੋਣਾ ਸੇਮ ਇਹੀ ਵਾਲਾ ਕੁਐਸਚਨ ਸੀਗਾ ਬੇਟਾ ਆਪਣੇ ਕੋਲ। ਇੱਕ ਤੁਹਾਨੂੰ ਹੋਰ ਸ਼ਾਰਟਕਟ ਦਿੱਤਾ ਹੋਇਆ ਬੇਟਾ ਕਿ a + ਆਇਟਾ b ਦਾ ਸਕੁਅਰ ਰੂਟ ਫਾਈਂਡ ਕਰਨਾ ਹੈ, ਤਾਂ ਇਹ ਸ਼ਾਰਟਕਟ ਆਪਾਂ ਯਾਦ ਕਰ ਸਕਦੇ ਹਾਂ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ, ਜੇ ਇੱਥੇ ਪਲੱਸ ਦਾ ਸਾਈਨ ਹੈ ਤਾਂ ਵਿੱਚ ਪਲੱਸ ਲੈਣਾ ਹੁੰਦਾ, ਜੇ ਇੱਥੇ ਮਾਈਨਸ ਹੋਵੇ ਤਾਂ ਇੱਥੇ ਮਾਈਨਸ ਲੈਣਾ ਹੁੰਦਾ। ਤਾਂ ਆਪਣੇ ਕੋਲ ਕਿਉਂਕਿ ਪਲੱਸ ਹੈ ਤਾਂ ਆਪਾਂ ਪਲੱਸ ਲਵਾਂਗੇ। ਤਾਂ 5 + 12 ਆਇਟਾ ਦਾ ਕਰ ਰਹੇ ਹਾਂ ਤਾਂ a ਦੀ ਜਗ੍ਹਾ 5 ਪੁੱਟ ਕਰਾਂਗੇ 25 ਹੋ ਜੂ, b ਦੀ ਜਗ੍ਹਾ 12 ਪੁੱਟ ਕਰਾਂਗੇ 144, ਤਾਂ 144 + 25 169 ਹੋ ਜਾਏਗਾ ਬੇਟਾ, ਜਿਹਦਾ ਸਕੁਅਰ ਰੂਟ ਆਏਗਾ 13, ਤਾਂ 13 + 5 ਕਿੰਨਾ ਹੋ ਜਾਏਗਾ 18, ਔਰ 18/2 ਕਰਾਂਗੇ 9 ਤੇ ਉਹਦਾ ਕਰਾਂਗੇ ਸਕੁਅਰ ਰੂਟ ਤਾਂ ਆ ਜਾਏਗਾ 3। ਇਹ ਸਾਰੀ ਕੈਲਕੂਲੇਸ਼ਨ ਆਪਾਂ ਨੇ ਮਾਈਂਡ 'ਚ ਹੀ ਕਰਨੀ ਹੈ ਬੇਟਾ। ਤਾਂ ਇਸੇ ਤਰੀਕੇ ਨਾਲ ਇਹ ਕਿੰਨਾ ਹੋ ਜਾਏਗਾ 13 - 5 ਹੋ ਜਾਏਗਾ 8/2 ਹੋ ਜਾਏਗਾ 4, ਤੇ 4 ਦਾ ਸਕੁਅਰ ਰੂਟ ਕਰਾਂਗੇ 2। ਤਾਂ ਤਿੰਨ ਮੈਥਡ ਹੈ, ਬੈਸਟ ਤਾਂ ਮੈਥਡ 1 ਹੀ ਲੱਗਦਾ ਆਪਾਂ ਨੂੰ, ਬਾਕੀ ਜਿਹੜਾ ਤੁਹਾਨੂੰ ਅੱਛਾ ਲੱਗਦਾ ਬੇਟਾ ਉਵੇਂ ਕਰੋ ਕੁਐਸਚਨ, ਬਸ ਆਪਣੀ ਸਪੀਡ ਬਣਾਓ। ठीक है, फिफ्थ क्वेश्चन है बेटा रूट्स फाइंड करने हैं, क्वाड्रेटिक इक्वेशन का क्वेश्चन है। ठीक है, 9th क्लास का क्वेश्चन है, एग्जैक्टली सेम क्वेश्चन अवेलेबल हैगा। ठीक है, तो x - a x - b x - b x - c x - c x - a इक्वल टू 0। पहला क्वाड्रेटिक इक्वेशन बना लो बेटा, इन्होंने मल्टीप्लाई कर लिया। ठीक है, तो क्वाड्रेटिक इक्वेशन बन गई। ਹੁਣ ਇਹਦੇ ਰੂਟਸ ਦੱਸਣੇ ਆ ਕਿ ਕਿਸ ਤਰ੍ਹਾਂ ਦੇ ਰੂਟਸ ਹੈ, ਤਾਂ ਆਪਾਂ ਨੂੰ ਪਤਾ ਹੈ ਰੂਟਸ ਕਿਸ ਚੀਜ਼ ਤੇ ਡਿਪੈਂਡ ਕਰਦੇ ਹੁੰਦੇ ਆ, ਡਿਸਕ੍ਰਿਮੀਨੈਂਟ ਤੇ। ਔਰ ਡਿਸਕ੍ਰਿਮੀਨੈਂਟ ਕੀ ਹੁੰਦਾ ਬੇਟਾ b² - 4ac। ਡਿਸਕ੍ਰਿਮੀਨੈਂਟ फाइंड कर लो। ठीक है, ਤਾਂ ਇਹਦਾ ਸਕੁਅਰ ਆ ਗਿਆ -4ac, 4 × 3 12, ਔਰ ਆ ਗਈ ਵੈਲਿਊ ਇੱਥੇ। ਹੁਣ ਇਹਨੂੰ ਸੋਲਵ ਕਰਕੇ ਪਤਾ ਲਗਾਣਾ ਬੇਟਾ ਵੀ ਇਹ ਵੈਲਿਊ ਪੋਜ਼ਿਟਿਵ ਹੈ ਨੈਗੇਟਿਵ ਹੈ ਕਿਸ ਤਰ੍ਹਾਂ ਦੀ ਹੈ। ਤਾਂ ਆਪਾਂ ਨੇ a + b + c ਦਾ ਹੋਲ ਸਕੁਅਰ ਖੋਲਤਾ ਜੀ, -12ab 12bc 12ac, ਸਿੰਪਲ ਕੈਲਕੂਲੇਸ਼ਨ ਹੈ, ਤੁਸੀਂ ਕਰੋਗੇ ਬੇਟਾ ਤੁਹਾਨੂੰ ਸਾਰੀ ਸਮਝ ਆਊਗੀ। ਤਾਂ 4 ਨੂੰ ਅੰਦਰ ਮਲਟੀਪਲਾਈ ਕਰਤਾ, ਫਿਰ ਉਹ ਚੋਂ ਆ ਮਾਈਨਸ ਕਰਤਾ ਤਾਂ ਆ ਚੀਜ਼ ਬਣ ਗਈ, 2 ਕਾਮਨ ਕੱਢ ਲਿਆ। ठीक है, 2a² 2b² 2c² -2ab -2bc -2ac, ਤਾਂ 2 ਕਾਮਨ ਕੱਢ ਕੇ ਬੇਟਾ ਆ ਜਿਹੜਾ 2a² ਸੀ ਉਹਨੂੰ a² + a², ਦੇਖੋ ਦੋ ਵਾਰ ਲਿਖ ਲਿਆ, ਇੱਕ ਇੱਥੇ ਲਿਖਤਾ a², ਇੱਕ ਇੱਥੇ ਲਿਖਤਾ। 2b² ਸੀ ਜਿਹੜਾ ਉਹਨੂੰ ਇੱਕ ਵਾਰ b² ਇੱਥੇ, ਇੱਕ ਵਾਰ ਇੱਥੇ, ਦੋ ਜਗ੍ਹਾ ਲਿਖਤਾ। 2c² ਨੂੰ ਵੀ ਦੋ ਜਗ੍ਹਾ ਲਿਖ ਲਿਆ। ਇਹ ਕਿਉਂ ਕੀਤਾ ਹੈ? ਠੀਕ ਹੈ, ਇਹ ਸਪੈਸ਼ਲ ਹੈ ਬੇਟਾ, ਪ੍ਰੈਕਟਿਸ ਘਰੋਂ ਕਰਕੇ ਜਾਵਾਂਗੇ ਤਾਂ ਕਰ ਸਕਦੇ ਹਾਂ, ਐਗਜ਼ਾਮ 'ਚ ਕੁਐਸਚਨ ਅਸੀਂ ਇਸ ਤਰ੍ਹਾਂ ਡਾਇਰੈਕਟਲੀ ਨਹੀਂ ਕਰ ਸਕਦੇ। ठीक है, तो प्रैक्टिस करके ही जानी पैनी है अपन। तो की आ गया a - b का स्क्वायर है, b - c का स्क्वायर है, a - c का स्क्वायर है। अपन पता है कि होल स्क्वायर हमेशा ग्रेटर दैन इक्वल टू 0 होंगे, तो उन्होंने सम भी ग्रेटर दैन इक्वल टू 0। तो डिस्क्रिमिनेंट ग्रेटर दैन इक्वल टू 0 आ गया, इट मीनस रूट्स की होंगे बेटा रियल होंगे। ठीक है, तो रूट्स रियल आ गए अपने को। क्वेश्चन आसान है, 9th क्लास का बेटा क्वेश्चन है। ठीक है, 6th क्वेश्चन है। ठीक है, देखो इस क्वेश्चन ਨੂੰ ਅਗਰ ਤੁਸੀਂ ਹੋਰ ਸ਼ਾਰਟ ਵੀ ਕਰਨਾ ਚਾਹੋ ਤਾਂ ਕੋਈ ਨੰਬਰਸ ਲੈ ਕੇ ਵੀ ਕਰ ਸਕਦੇ ਹੋ ਬੇਟਾ ਕੁਐਸਚਨ ਨੂੰ, ਅਗਰ ਤੁਹਾਨੂੰ ਮੈਂ ਦੱਸਾਂ ਕਿ ਟ੍ਰਿਕ ਕੋਈ ਹੋਰ। ਠੀਕ ਹੈ, ਆਮ ਤੌਰ ਤੇ ਘੱਟ ਅਸੀਂ ਯੂਜ਼ ਕਰਦੇ ਹਾਂ, ਤਾਂ ਅਸੀਂ ABC ਨੂੰ ਕੋਈ ਨੰਬਰ ਮੰਨ ਲੈਂਦੇ ਹਾਂ, ਮੰਨ ਲਓ x - 1 x - 2 ਨੰਬਰ ਮੰਨ ਲਿਆ ਆਪਾਂ ਨੇ, x - 2, ਕਿਉਂਕਿ BC ਤਾਂ ਕੁਝ ਵੀ ਹੋ ਸਕਦਾ, ਕੋਈ ਦਿੱਕਤ ਥੋੜੀ ਹੈ। ਤਾਂ x - 3 x - 1 ਮੰਨ ਲਓ ਇਸ ਤਰ੍ਹਾਂ ਦੀ ਇਕੁਏਸ਼ਨ ਹੋਏ ਆਪਾਂ ਕਰ ਰਹੇ ਹਾਂ, ਤਾਂ ABC ਆਪਣੇ ਕੋਲੇ ਕੁਝ ਵੀ ਹੋ ਸਕਦੇ ਸੀ, ਤਾਂ ਐ ਸਮਝੋ ABC 1 2 3 ਮੰਨ ਲਿਆ ਆਪਾਂ ਨੇ। ਤਾਂ ਹੁਣ ਇੱਥੇ ਡਾਇਰੈਕਟ ਇਕੁਏਸ਼ਨ ਕੀ ਬਣ ਗਿਆ 3x² -a1 ਹੈ b2 ਹੈ c3 ਹੈ 12x ਹੋ ਗਿਆ। a1 है b2 है 2, b2 है c3 है 6 और 3 0। तो ਕੀ ਆ ਗਿਆ बेटा 3x² -12x + 11। मान लो आ बन गई इक्वेशन। तो ਇਹਦਾ डिस्क्रिमिनेंट अगर आप फाइंड करते हैं तो b² - 4ac, तो कितना हो गया 12 × 11 132। तो 132 माइनस कितना था, कितना आ गया बेटा 12 आ गया। ठीक है, तो इस तरीके नाल भी डी की आ गया अपने को ग्रेटर दैन 0 आ गया, तो रूट्स रियल हो गए। समझ आ गया मैथड ये? तो इस तरह भी आप क्वेश्चन अटैम्प्ट कर सकते।
नेक्स्ट क्वेश्चन है बेटा अपने को सिक्स्थ क्वेश्चन, c प्लस आयोटा c a प्लस आयोटा b ਦਿੱਤਾ ਹੋਇਆ a ਸਕੁਅਰ ਪਲਸ b ਸਕੁਅਰ ਫਾਈਂਡ ਕਰਨਾ ਹੈ। ਤੇ ਇਹਦਾ ਤਾਂ ਤੁਹਾਨੂੰ ਦੱਸਿਆ ਬੇਟਾ ਬਿਲਕੁਲ ਸਿੰਪਲ ਤਰੀਕਾ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਨੂੰ क्वेश्चन z ਦਾ ਕੋਈ क्वेश्चन ਆ ਜਾਂਦਾ ਕੰਪਲੈਕਸ ਨੰਬਰ ਦਾ ਔਰ ਆਪਾਂ ਨੇ x ਸਕੁਅਰ ਪਲਸ y ਸਕੁਅਰ ਫਾਈਂਡ ਕਰਨਾ ਤਾਂ ਆਪਾਂ ਨੂੰ ਉਹ ਜਿਹੜਾ x ਸਕੁਅਰ ਪਲਸ y ਸਕੁਅਰ ਹੈ ਨਾ ਆਪਾਂ ਨੂੰ ਉਹ ਮੋਡ z ਦਾ ਸਕੁਅਰ ਨਜ਼ਰ ਆਉਣ ਲੱਗ ਜਾਂਦਾ, ਕਿਉਂਕਿ ਮੋਡ z ਦਾ ਸਕੁਅਰ ਕੀ ਹੁੰਦਾ x ਸਕੁਅਰ ਪਲਸ y ਸਕੁਅਰ। ਇਟ ਮੀਨਸ ਆਪਾਂ ਨੂੰ ਮੋਡੂਲਸ ਲੈ ਕੇ क्वेश्चन ਕਰਨਾ ਚਾਹੀਦਾ ਹੈ। ਠੀਕ ਹੈ, ਤਾਂ ਹੁਣ ਦੇਖੋ ਆਪਾਂ ਨੂੰ c ਪਲਸ ਆਇਟਾ c a ਪਲਸ ਆਇਟਾ b ਦੇ ਬਰਾਬਰ ਦਿੱਤਾ ਹੋਇਆ ਔਰ ਆਪਾਂ ਨੇ a ਸਕੁਅਰ ਪਲਸ b ਸਕੁਅਰ ਫਾਈਂਡ ਕਰਨਾ ਹੈ। ਤੇ a ਸਕੁਅਰ ਪਲਸ b ਸਕੁਅਰ ਮਤਲਬ ਮੋਡੂਲਸ ਲੈ ਲਈਏ ਇਹਦਾ, ਫਿਰ ਉਹਦਾ ਸਕੁਅਰ ਕਰ ਦਈਏ ਤਾਂ ਬਣ ਗਿਆ a ਸਕੁਅਰ ਪਲਸ b ਸਕੁਅਰ। ਬਜਾਏ ਇਸ ਦੇ ਕਿ ਆਪਾਂ ਇਸ ਨੂੰ ਪਹਿਲਾਂ ਸੋਲਵ ਕਰੀਏ, ਰੀਅਲ ਤੇ ਇਮੇਜਿਨਰੀ ਪਾਰਟਸ ਕੱਢੀਏ, ਠੀਕ ਹੈ, ਤੇ ਫਿਰ ਉੱਥੇ ਵੈਲਿਊਜ਼ ਪੁੱਟ ਕਰੀਏ। ਠੀਕ ਹੈ, ਬੈਸਟ ਰਹਿੰਦਾ ਹੈ ਤਾਂ। ਠੀਕ ਹੈ, ਤਾਂ ਆਪਣੇ ਕੋਲੇ ਕੀ ਆ ਗਿਆ, ਇਹਦਾ ਮੋਡੂਲਸ ਆ ਗਿਆ c ਸਕੁਅਰ ਪਲਸ 1 ਬਾਈ c ਸਕੁਅਰ, ਜੋ ਕਿ ਆਪਸ਼ਨ 'ਚ ਨਹੀਂ ਸੀ, ਤਾਂ ਇਸ ਕਰਕੇ ਇਸ ਕੁਐਸਚਨ ਨੂੰ ਡ੍ਰੌਪ ਕਰਤਾ। ਠੀਕ ਹੈ, ਹਾਲਾਂਕਿ ਇਸ ਕੁਐਸਚਨ ਦੇ ਵਿੱਚ ਤਾਂ ਬੇਟਾ ਆਪਣੇ ਕੋਲੇ ਇਸ ਤੋਂ ਵੀ ਈਜ਼ੀ ਹੋ ਜਾਂਦਾ ਕਿ ਕਿਉਂਕਿ ਜਦੋਂ ਦੋਨੋਂ ਕੰਪਲੈਕਸ ਨੰਬਰ ਦਿੱਤੇ ਹੋਏ ਆਪਾਂ ਨੂੰ, ਠੀਕ ਹੈ, ਤਾਂ ਦੋਨੋਂ ਹੀ ਸਟੈਂਡਰਡ ਫਾਰਮ 'ਚ ਹੈ। ਅਗਰ ਸਟੈਂਡਰਡ ਫਾਰਮ 'ਚ ਨਾ ਹੋਣ, ਠੀਕ ਹੈ, ਅਗਰ ਮੰਨ ਲਓ ਕੁਐਸਚਨ ਇਸ ਟਾਈਪ ਦਾ ਹੋਵੇ a ਪਲਸ ਆਇਓਟਾ b ਇਜ਼ c ਪਲਸ c ਬਾਈ ਆਇਓਟਾ, ਫਿਰ ਤਾਂ ਥੋੜਾ ਆਪਾਂ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਹੈ ਇਸ ਚੀਜ਼ ਦੇ ਵਿੱਚ ਕਿ ਆਪਾਂ ਮੋਡੂਲਸ ਲੈ ਕੇ ਕਰੀਏ। ਠੀਕ ਹੈ, ਦੋਨੋਂ ਸਾਈਡ ਮੋਡੂਲਸ ਲੈ ਕੇ ਆਪਾਂ ਕਰੀਏ। ਠੀਕ ਹੈ, ਸਟੈਂਡਰਡ ਫਾਰਮ ਦੇ ਵਿੱਚ ਅਗਰ ਕੁਐਸਚਨ ਨਹੀਂ ਹੈ, ठीक है, लेकिन अगर क्वेश्चन अपने को स्टैंडर्ड फॉर्म च है तो फिर तो आप सिंपल कंपेयर करके भी अपने को क्वेश्चन हो गया बेटा कि ए किदे इक्वल आ गया सी दे और बी किदे इक्वल आ गया 1 बाय सी दे, तो ए स्क्वायर प्लस बी स्क्वायर किदे इक्वल आ गया सी स्क्वायर प्लस 1 बाय सी स्क्वायर। तो इस टाइम वेस्ट होने वाला क्वेश्चन नहीं सीगा। ठीक है, तो पता है कि क्वेश्चन का आंसर मैच नहीं करता तो आप स्किप करके उन्होंने क्वेश्चन नो ड्रॉप कर। ठीक है जी, अगर ਇਹਦਾ ਮੋਡੂਲਸ ਫਾਈਂਡ ਕਰਨਾ ਬੇਟਾ ਤਾਂ ਤੁਹਾਨੂੰ ਸਟੈਂਡਰਡ ਫਾਰਮ ਬਣਾਣੀ ਪਊਗੀ, ਹੈ ਨਾ। ਸਟੈਂਡਰਡ ਫਾਰਮ ਬਣਾ ਕੇ ਮੋਡੂਲਸ ਫਾਈਂਡ ਕਰ ਸਕਦੇ ਹੋ, ਜਾਂ ਫਿਰ ਅਗਰ ਮੋਡੂਲਸ ਫਾਈਂਡ ਕਰਨਾ ਹੈ ਤਾਂ ਇਸ ਨੂੰ ਤੁਸੀਂ ਐਵੇਂ ਕਰਕੇ ਵੀ ਕਰ ਸਕਦੇ ਹੋ। ਅਗਰ ਸਟੈਂਡਰਡ ਫਾਰਮ ਨਹੀਂ ਬਣਾਉਣਾ ਚਾਹੁੰਦੇ ਤਾਂ ਅਲੱਗ-ਅਲੱਗ ਦੋਨਾਂ ਦਾ ਮੋਡੂਲਸ ਕਰ ਸਕਦੇ ਹੋ। ਠੀਕ ਹੈ, ਅਗਰ ਇਸ ਤਰ੍ਹਾਂ ਦਾ ਕੁਐਸਚਨ ਵੀ ਹੋਵੇ ਤਾਂ ਉਹ ਵੀ ਆਪਾਂ ਨੂੰ ਕਰਨਾ ਆਣਾ ਚਾਹੀਦਾ। ਠੀਕ ਹੈ, ਨੈਕਸਟ ਕੁਐਸਚਨ ਹੈ ਬੇਟਾ 7th, z square plus z plus 1 equal to 0 where z is a complex number then the value of this। ठीक है, यदि वैल्यू अपन पूछ, मजेदार क्वेश्चन है बेटा, सिंपल देखो z स्क्वायर प्लस z प्लस 1 इक्वल टू 0 दिता है, तो पहले इन्हों आप सॉल्व करिए तो z की आ गया -1 प्लस -√3 आइटा बाय 2। तो ये तो अपन पता है जो प्लस लैने तो ओमेगा बन जाता है, माइनस लैने तो ओमेगा स्क्वायर। वैसे भी तुहानू क्लास च दस्सिया होया बेटा कि जिहड़े ओमेगा ते ओमेगा स्क्वायर है वो इस क्वाड्रेटिक के रूट्स है। ठीक है, ਤਾਂ ਆਪਾਂ ਨੂੰ z ਸਕੁਅਰ ਪਲਸ z ਪਲਸ 1 0 ਦੇਖਣ ਸਾਰ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ z ਦੀ ਵੈਲਿਊ ਕੀ ਆਊਗੀ, ਓਮੇਗਾ ਜਾਂ ਫਿਰ ਓਮੇਗਾ ਸਕੁਅਰ। ਆਪਾਂ ਨੇ z ਨੂੰ ਬੇਟਾ ਓਮੇਗਾ ਮੰਨ ਲਿਆ, ਤੁਸੀਂ ਓਮੇਗਾ ਸਕੁਅਰ ਮੰਨ ਕੇ ਵੀ ਟਰਾਈ ਕਰ ਸਕਦੇ ਹੋ, ਬਟ ਆਪਾਂ ਓਮੇਗਾ ਮੰਨ ਕੇ ਕੀਤਾ ਤਾਂ z ਨੂੰ ਓਮੇਗਾ ਮੰਨ ਲਿਆ ਤਾਂ z ਪਲਸ 1 ਬਾਈ z ਦੀ ਵੈਲਿਊ ਦੇਖੋ ਕੀ ਆਉਂਦੀ ਹੈ ਬੇਟਾ, ਓਮੇਗਾ ਪਲਸ 1 ਬਾਈ ਓਮੇਗਾ। ਹੁਣ 1 ਬਾਈ ਓਮੇਗਾ ਨੂੰ ਕੀ ਲਿਖ ਲਿਆ ਆਪਾਂ ਨੇ, ਓਮੇਗਾ ਸਕੁਅਰ, ਤੇ ਓਮੇਗਾ ਪਲਸ ਓਮੇਗਾ ਸਕੁਅਰ ਦੀ ਵੈਲਿਊ ਕੀ ਆ ਗਈ -1। ਕਿਉਂ ਆ ਗਈ -1? क्योंकि 1 प्लस ओमेगा स्क्वायर की होंदा 0, तो ਉਹਦਾ यूज ਕੀਤਾ बेटा ਆਪਾਂ ਨੇ, ਤਾਂ ਉਥੋਂ ओमेगा प्लस ओमेगा स्क्वायर ਦੀ वैल्यू -1 आ गई। फिर ਆਪਾਂ z स्क्वायर प्लस 1 बाय z स्क्वायर चेक ਕੀਤਾ ਤਾਂ ओमेगा स्क्वायर प्लस 1 बाय ओमेगा स्क्वायर आ गया, ਤਾਂ ओमेगा स्क्वायर प्लस ओमेगा -1। देखो ये सारा कुछ ਇਹਨਾਂ ਲਿਖ ਕੇ ਨਹੀਂ ਕਰਨਾ ਹੁੰਦਾ बेटा एग्जाम ਚ, जस्ट इमेजिन करना ਹੁੰਦਾ कि ਹੁਣ z क्यूब प्लस 1 बाय z क्यूब है, ऑरली सोचो z ओमेगा है तो z क्यूब कितना हो गया, ओमेगा क्यूब 1 हो गया, ए भी 1 हो गया तो 1 प्लस 1 2 हो गया, सारा लिखना नहीं होता। ਹੁਣ z4 है, z4 मीन्स ओमेगा 4 है, ओमेगा 4 की आ जाएगा ओमेगा, ए की आ जाएगा नीचे ओमेगा आ जाएगा, तो ओमेगा प्लस 1 बाय ओमेगा तो आप ऑलरेडी कर चुके, तो ਉਹਦੀ वैल्यू -1 तो रिपीट होनी शुरू हो गई वैल्यूज। मतलब ऐ समझो कि पहलियां वैल्यूज है ਜਿਹੜੀਆਂ ਉਹ डिफरेंट आ रही है बेटा, ਇਹਦੀ वैल्यू -1 आ रही है, ਇਹਦੀ वैल्यू -1 आ रही है, ਇਹਦੀ 2 4 वाले ਦੀ वैल्यू रिपीट होनी शुरू हो गई। ਤਾਂ ਸਮਝ ਲਓ ਇੱਥੋਂ ਤੱਕ ਇੱਕ ਬਲੌਕ ਬਣ ਗਿਆ, 4 5 6 ਦਾ ਫਿਰ ਇੱਕ ਬਲੌਕ ਬਣ ਜਾਊਗਾ। ਠੀਕ ਹੈ, ਤਾਂ ਇਹ ਤੁਹਾਡੇ ਕੋਲੇ ਕੀ ਆ ਗਿਆ, -1 ਦਾ ਸਕੁਅਰ -1 ਦਾ ਸਕੁਅਰ ਤੇ 2 ਦਾ ਸਕੁਅਰ, ਆ ਇੱਕ ਬਲੌਕ ਬਣ ਗਿਆ ਜਿਹਦੀ ਵੈल्यू ਕਿੰਨੀ ਆ ਰਹੀ ਹੈ ਬੇਟਾ 6 आ रही है। ਇਹ ਮੈਂ ਬਲੌਕ ਕਿਉਂ ਬਣਾਇਆ, बिना ब्लॉक तो क्यों नहीं किया क्वेश्चन, तो वैसे ही पता लग रहा है कि 6 + 6 = 12 है,
ਤੁਹਾਨੂੰ ਤਾਂ ਦੱਸਿਆ ਬੇਟਾ ਕਿ ਪਹਿਲੀਆਂ ਤਿੰਨ ਵੈਲਿਊਜ਼ ਦਾ ਇੱਕ ਗਰੁੱਪ ਬਣਦਾ ਹੈ। ਬਾਈ ਚਾਂਸ ਨੈਕਸਟ ਟਾਈਮ ਕੁਐਸਚਨ ਆਂਦਾ 60 ਤੱਕ ਆ ਜਾਂਦਾ ਬੇਟਾ, 6 ਦੀ ਜਗ੍ਹਾ ਤੇ 60 ਤੱਕ ਆ ਜਾਂਦਾ, ਤਾਂ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਤਿੰਨ ਵੈਲਿਊਜ਼ ਦਾ ਇੱਕ ਬਲੌਕ ਬਣਦਾ ਹੈ, ਜਿਸ ਬਲੌਕ ਦੀ ਵੈਲਿਊ ਕਿੰਨੀ ਆ ਰਹੀ ਹੈ 6 ਆ ਰਹੀ ਹੈ, ਤਾਂ 60 ਤੱਕ ਜਾਵਾਂਗੇ ਤਾਂ 20 ਬਲੌਕਸ ਬਣ ਜਾਣਗੇ, ਤਾਂ 20 ਬਲੌਕਸ ਬਣ ਜਾਣਗੇ ਤਾਂ ਉਹਦਾ ਆਨਸਰ ਕਿੰਨਾ ਆ ਜਾਏਗਾ 6 into 20 120। ठीक है, तो इतने दो ब्लॉक बने हैं तो इस करके 6 into 2 12 आ गया। ਤਾਂ ਕਿੱਥੋਂ ਤੱਕ ਵੀ ਇਹ ਕੁਐਸਚਨ ਦਿੱਤਾ ਹੋ ਸਕਦਾ ਹੈ ਬੇਟਾ, ਆਪਾਂ ਨੂੰ ਕੁਐਸਚਨ ਹਰ ਤਰੀਕੇ ਨਾਲ ਜਦੋਂ ਕਨਸੈਪਟ ਆ ਹੀ ਗਿਆ ਤਾਂ ਉਹ ਹਰ ਤਰੀਕੇ ਨਾਲ ਆਣਾ ਚਾਹੀਦਾ। ਠੀਕ ਹੈ, ਮੰਨ ਲਓ ਕੁਐਸਚਨ 62 ਤੱਕ ਵੀ ਦਿੱਤਾ ਹੋ ਸਕਦਾ ਹੈ, ਆਪਾਂ ਨੂੰ ਹੋਰ ਜ਼ਿਆਦਾ ਕੁਐਸਚਨ ਨੂੰ ਥੋੜਾ ਕੰਪਲੈਕਸ ਕਰਨਾ ਚਾਹੀਏ ਤਾਂ 62 ਤੱਕ ਕਰ ਦਈਏ। ਤਾਂ ਹੁਣ ਆਪਾਂ ਨੂੰ ਪਤਾ ਹੈ ਕਿ 3 ਦੇ ਬਲੌਕ ਬਣਦੇ ਆ, ਤਾਂ 62 ਤੱਕ ਜਾਵਾਂਗੇ ਤਾਂ 20 ਬਲੌਕਸ ਬਣ ਜਾਣਗੇ। 20 ਬਲੌਕਸ ਬਣਾਂਗੇ ਤਾਂ ਉਸ ਤੋਂ ਬਾਅਦ ਦੋ ਵੈਲਿਊਜ਼ ਐਕਸਟਰਾ ਆਉਣਗੀਆਂ। ਕਿਹੜੀਆਂ ਦੋ ਵੈਲਿਊਜ਼ ਆਉਣਗੀਆਂ ਬੇਟਾ, ਇੱਕ ਪਹਿਲੀ ਤੇ ਇੱਕ ਦੂਸਰੀ। ਜਿਹਦੀ ਪਹਿਲੀ ਦੀ ਵੈਲਿਊ -1 ਦਾ ਸਕੁਅਰ ਕਰਦੇ ਆ ਤਾਂ ਪਹਿਲੀ ਦੀ ਵੈਲਿਊ ਕਿੰਨੀ ਆਉਂਦੀ ਹੈ 1, ਦੂਸਰੀ ਦੀ ਵੈਲਿਊ 1 ਔਰ 20 ਬਣ ਗਏ ਆਪਣੇ ਕੋਲੇ ਬਲੌਕਸ, ਤਾਂ 120 ਉਹ ਬਣ ਗਏ, 2 ਐਕਸਟਰਾ ਐਡ ਕਰਕੇ ਆਨਸਰ ਕਿੰਨਾ ਆ ਗਿਆ 122 ਆ ਗਿਆ। ਮਤਲਬ ਕਨਸੈਪਟ ਨੂੰ ਹਰ ਤਰੀਕੇ ਨਾਲ ਮੋਲਡ ਕਰਕੇ ਅਗਰ ਉਹ ਕੁਐਸਚਨ ਬਣਾਉਂਦੇ ਆ ਤਾਂ ਆਪਾਂ ਨੂੰ ਹਰ ਤਰੀਕੇ ਦਾ ਕੁਐਸਚਨ ਸਮਝ ਆਉਂਦਾ ਹੈ। नेक्स्ट है क्वेश्चन नंबर 8। ठीक है, फॉर ऑल द कॉम्प्लेक्स नंबर्स z1 z2 सैटिस्फाइंग mod z1 ਦੀ ਵੈਲਿਊ ਦਿੱਤੀ ਹੋਈ ਹੈ ਬੇਟਾ, z2 -3 -4 ਆਇਟਾ ਦਿੱਤਾ ਹੋਇਆ, ਮਿਨੀਮਮ ਵੈਲਿਊ ਫਾਈਂਡ ਕਰਨੀ ਹੈ। ਇਹ ਕੁਐਸਚਨ ਬੇਟਾ ਆਪਣੀ ਟੈਸਟ ਸੀਰੀਜ਼ ਦਾ ਕੁਐਸਚਨ ਹੈ, ਜਿਹੜੀ ਆਪਣੀ ਸਿੰਗਲ ਚੈਪਟਰ ਦੀ ਟੈਸਟ ਸੀਰੀਜ਼ ਹੈ ਉਹਦੇ ਵਿੱਚੋਂ ਕੁਐਸਚਨ ਸੀਗਾ ਇਹ, ਸੇਮ ਟੂ ਸੇਮ ਆਨਸਰ ਵੀ ਯਾਦ ਸੀ ਬੱਚਿਆਂ ਨੂੰ, ਲੇਕਿਨ ਫਿਰ ਵੀ ਅਗਰ ਆਪਾਂ ਸੋਲਵ ਕਰੀਏ ਤਾਂ ਕੁਐਸਚਨ ਕਿਵੇਂ ਕਰਨਾ ਹੈ ਇਹ, ਤਾਂ ਦੇਖੋ mod z1 ਦਿੱਤਾ ਹੋਇਆ 12 और अपने ਇਹਦੀ ਵੈਲਿਊ ਫਾਈਂਡ ਕਰਨੀ ਹੈ ਬੇਟਾ। ਸਭ ਤੋਂ ਪਹਿਲਾਂ ਉਸ ਤੇ ਫੋਕਸ ਕਰੀਦਾ ਜੋ ਆਪਾਂ ਨੇ ਫਾਈਂਡ ਕਰਨਾ ਹੈ, ਔਰ ਫਿਰ ਦੇਖੀਦਾ ਜੋ ਗਿਵਨ ਹੈ ਉਹਦਾ ਆਪਾਂ ਯੂਜ਼ ਕਰਾਂਗੇ। ਤਾਂ ਟ੍ਰਾਇੰਗਲ ਇਨਇਕੁਐਲਿਟੀ ਸਾਰੇ ਬੱਚਿਆਂ ਨੇ ਪੜ੍ਹੀ ਹੋਈ ਹੈ ਕਿ z1 plus z2 ਦਾ ਜਿਹੜਾ ਮੋਡ ਹੈ that is less than equal to mod z1 plus mod z2। ਔਰ ਇੱਕ ਆਪਾਂ ਹੋਰ ਕੀਤੀ ਸੀ ਬੇਟਾ ਕਿ mod z1 minus mod z2 less than equal to z1 minus z2। ठीक है, ये दो ट्रायंगल इनइक्वालिटी मेन ਤਾਂ ਉੱਪਰ ਵਾਲੀ ਹੁੰਦੀ ਹੈ ਤਾਂ ਆਹੀ ਹੁੰਦੀ ਹੈ ट्रायंगल इनइक्वालिटी, ਇਹਦਾ ਯੂਜ਼ ਕਰਕੇ ਆਪਾਂ ਨੇ ਆਪ ਬਣਾਇਆ ਸੀ ਰਿਜ਼ਲਟ। ਦੋਨੋਂ ਨੋਟਸ ਚ ਆਪਣੇ ਹੈਗੇ, ਯਾਦ ਹੋਣਗੇ ਸਾਰੇ ਬੱਚਿਆਂ ਨੂੰ। ਹੁਣ ਦੇਖੋ ਆਪਾਂ ਕੀ ਕੀਤਾ, ਇਹਦੀ ਵੈਲਿਊ ਫਾਈਂਡ ਕਰਨੀ ਸੀ ਤਾਂ ਇਟ ਮੀਨਸ ਆਪਾਂ ਆਹ ਵਾਲਾ ਰਿਲੇਸ਼ਨ ਯੂਜ਼ ਕਰਨਾ ਹੈ, ਜਿਹਦੇ ਵਿੱਚ z1 ਦੀ ਵੈਲਿਊ ਤਾਂ ਦੇ ਰੱਖੀ ਆਪਾਂ ਨੂੰ 2, ਤਾਂ ਆਪਾਂ ਨੂੰ z2 ਦੀ ਵੈਲਿਊ ਫਾਈਂਡ ਕਰਨੀ ਪਏਗੀ ਪਹਿਲਾਂ। ਤਾਂ ਆਪਾਂ z2 ਤੋਂ ਕੁਐਸਚਨ ਸ਼ੁਰੂ ਕੀਤਾ, ਤਾਂ z2 ਨੂੰ फिर आ वैल्यू दी है, ਇਹਦਾ यूज करने वास्ते आप z2 ਨੂੰ ਕੀ ਲਿਖਿਆ ਬੇਟਾ -3 -4 ਆਇਟਾ +3 +4 ਆਇਟਾ। ठीक है, सबट्रैक्ट और ऐड करता। ਹੁਣ ਕੀ ਕੀਤਾ, ਇਸ ਨੂੰ ਆਪਾਂ ਨੇ ਇੱਕ ਮੰਨ ਲਿਆ ਤੇ ਇਹਨੂੰ ਦੂਸਰਾ ਕੰਪਲੈਕਸ ਮੰਨ ਲਿਆ, ਤਾਂ ਹੁਣ ਇਹਦੇ ਉੱਤੇ z1 + z2 ਫਸਟ ਵਾਲੀ ਟ੍ਰਾਇੰਗਲ ਇਨਇਕੁਐਲਿਟੀ ਯੂਜ਼ ਕਰ ਲਈ, mod z1 + mod z2। ਇਹਦੀ ਵੈਲਿਊ ਤਾਂ ਦੇ ਹੀ ਰੱਖੀ ਹੈ ਕੁਐਸਚਨ ਚ 5, ਤੇ ਇਹਦੀ ਆਪਾਂ ਨੂੰ ਖੁਦ ਫਾਈਂਡ ਕਰਨੀ ਆਉਂਦੀ ਹੈ। 3 + 4 ਆਇਟਾ ਦਾ ਮੋਡੂਲਸ ਸਾਰਿਆਂ ਨੂੰ ਫਾਈਂਡ ਕਰਨਾ ਆਉਂਦਾ 5, ਤਾਂ 5 + 5 ਕਿੰਨਾ ਹੋ ਗਿਆ 10, ਤਾਂ z2 ਦਾ ਮੋਡ ਲੈਸ ਦੈਨ ਇਕੁਅਲ ਟੂ 10 ਆ ਗਿਆ। ਬਟ ਇੱਥੇ ਆਪਣੇ ਕੋਲ ਕੀ ਹੈ ਬੇਟਾ -z2 ਹੈ, ਤਾਂ ਇੱਥੋਂ ਆਪਾਂ ਨੇ ਕੀ ਕੀਤਾ, ਇਸ ਨੂੰ ਐਵੇਂ ਲਿਖ ਲਿਆ, ਦਿਸ ਇੰਪਲਾਈਜ਼ -z2 ਮਾਈਨਸ ਨਾਲ ਮਲਟੀਪਲਾਈ ਕਰਕੇ ਕੀ ਹੋ ਗਿਆ ਬੇਟਾ ਸਾਈਨ ਚੇਂਜ ਹੋ ਗਿਆ। ठीक है, तो ਹੁਣ देखो z1 - z2 ग्रेटर देन इक्वल टू mod z1 - mod z2। ऐ समझ लो कि अपने कोले आ चीज है। अगर आप दोनों साइड देखो अपने कोले की बेटा -z2 ਦਾ mod ग्रेटर देन -10 है, अगर आप दोनों साइड z1 ਦਾ mod ऐड कर दिए तो आ चीज बन जाएगी। ठीक है, तो z1 ਦਾ mod कितना बेटा 12, कितना बन जाएगा आंसर 2। ਇਹਦਾ ਮਤਲਬ z1 - z2 ਦਾ ਮੋਡ ਗ੍ਰੇਟਰ ਦੈਨ ਇਕੁਅਲ ਟੂ 2 ਆ ਗਿਆ, ਆ ਰਿਜ਼ਲਟ ਬਣ ਗਿਆ। ਤਾਂ ਇਹਦੀ ਵੈਲਿਊ ਹਮੇਸ਼ਾ 2 ਜਾਂ 2 ਤੋਂ ਜ਼ਿਆਦਾ ਹੈ, ਔਰ ਆਪਾਂ ਨੇ ਫਾਈਂਡ ਕਰਨੀ ਹੈ ਮਿਨੀਮਮ ਵੈਲਿਊ, ਤਾਂ ਆਨਸਰ ਆ ਗਿਆ 2। ਠੀਕ ਹੈ, ਕਨਸੈਪਚੁਅਲ ਕੁਐਸਚਨ ਹੈ, ਸਮਝਣ ਤੇ ਟਾਈਮ ਲੱਗਦਾ, ਕਰਨ ਤੇ ਟਾਈਮ ਨਹੀਂ ਲੱਗਦਾ। ਠੀਕ ਹੈ, ਇਸ ਕੁਐਸਚਨ ਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਕਰ ਸਕਦੇ ਸੀ ਬੇਟਾ, ਕਿਉਂਕਿ ਆਪਾਂ ਜਿਓਮੈਟਰੀ ਆਫ ਕੰਪਲੈਕਸ ਨੰਬਰ ਵੀ ਪੜ੍ਹੀ ਹੋਈ ਹੈ। ठीक है, सारा टॉपिक, तो ਆਪਾਂ ਨੂੰ ਪਤਾ ਹੈ ਕਿ mod z1 = 12, ਤਾਂ ਆਪਾਂ ਨੇ ਪੜਿਆ ਕਿ z = r, ਇਹ ਸਰਕਲ ਹੁੰਦਾ ਬੇਟਾ ਜਿਹਦਾ ਸੈਂਟਰ ਹੁੰਦਾ 0 0 ਤੇ ਰੇਡੀਅਸ ਹੁੰਦਾ r। ਇਹਦਾ ਮਤਲਬ mod z1 mod z = 12
एक ही है, एक सर्कल है जिहदा सेंटर हैगा 0 0 ਤੇ रेडियस कितना बेटा ਇਹਦਾ 12। ਤਾਂ ਆ ਬਾਹਰਲਾ ਜਿਹੜਾ ਸਰਕਲ ਹੈ Z1 ਹੀ ਹੈ, ਤਾਂ Z1 मान लो, ठीक है। ਤਾਂ ਇਹ ਬਾਹਰਲਾ ਸਰਕਲ ਆ ਗਿਆ ਬੇਟਾ ਆਪਣੇ ਕੋਲੇ, ठीक है। ਤੇ ਵੈਸੇ ਬੈਟਰ ਆਪਣੇ ਲਈ ਹੈ ਕਿ ਆਪਾਂ Z ਮੰਨ ਕੇ ਚੱਲੀਏ, ਕੋਈ ਗੱਲ ਨਹੀਂ। ਕੁਐਸਚਨ ਚ 12 Z1 ਹੈ, ਉਹ ਵੀ ਐਕਸਪਲੇਨ ਕਰਦੇ ਆਂ ਵੀ Z1 ਕਿਉਂ ਦਿੱਤਾ ਉਹਨਾਂ ਨੇ ਕੁਐਸਚਨ ਚ। ਤਾਂ mod Z ਇਕੁਅਲ ਟੂ 12 ਆ ਗਿਆ ਆਪਣੇ ਕੋਲ। ਹੁਣ ਜਿਹੜਾ Z ਮਾਈਨਸ 3 ਮਾਈਨਸ 4 ਆਇਟਾ ਇਕੁਅਲ ਟੂ 5, ਤਾਂ Z ਮਾਈਨਸ Z1 ਇਜ਼ ਇਕੁਅਲ ਟੂ R। ਇਹ ਵੀ ਸਰਕਲ ਦੀ ਇਕੁਏਸ਼ਨ ਹੁੰਦੀ ਹੈ ਜਿਹਦਾ ਸੈਂਟਰ ਕੀ ਹੁੰਦਾ ਬੇਟਾ Z1 ਤੇ ਰੇਡੀਅਸ ਹੁੰਦਾ R। ਤਾਂ ਸੈਂਟਰ ਇਹਦਾ ਕਿੰਨਾ ਆ ਗਿਆ Z1। Z1 ਮੀਨਸ 3 plus 4 ਆਇਟਾ। पॉइंट की बनेगा बेटा 3 4। तो आ गया ਇਹਦਾ सेंटर 3 4। तो ये रेड वाला अपने को केड़ा सर्कल बन गया, ये बन गया Z माइनस 3 माइनस 4 आयोटा इक्वल टू 5, ये बन गया, ठीक है। ਹੁਣ ਆਪਾਂ Z1 माइनस Z2 ਦਾ ਮੋਡੂਲਸ ਫਾਈਂਡ ਕਰਨਾ ਹੈ। ਤੇ ਆਪਾਂ ਨੂੰ ਪਤਾ ਹੈ Z1 ਮਾਈਨਸ Z2 ਦਾ ਮੋਡੂਲਸ ਤੋਂ ਕੀ ਮਤਲਬ ਹੁੰਦਾ, ਦੋ ਕੰਪਲੈਕਸ ਨੰਬਰ ਦੀ ਸਬਟ੍ਰੈਕਸ਼ਨ ਦਾ ਮੋਡੂਲਸ, ਮਤਲਬ ਉਹਨਾਂ ਦੋਨਾਂ ਦੇ ਵਿੱਚ ਡਿਫਰੈਂਸ, डिस्टेंस कह लो या डिफरेंस कह लो, तो ਉਹਦੀ मिनिमम वैल्यू ਕੱਢਣੀ ਹੈ। मिनिमम वैल्यू ਕਦੋਂ ਆਊਗੀ, ਜਦੋਂ Z1 ਤੇ Z2 ਦੋਨੋਂ ਪੁਆਇੰਟ ਬਿਲਕੁਲ ਕਲੋਜ਼ ਹੋਣਗੇ, ਕਲੋਜ਼ੈਸਟ ਹੋਣਗੇ, ਠੀਕ ਹੈ। ਹੁਣ ਦੇਖੋ Z1 ਪੁਆਇੰਟ ਕਹਿੰਦੇ Z1 ਦਾ ਮੋਡ 12 ਹੈ, ਇਹਦਾ ਮਤਲਬ Z1 ਪੁਆਇੰਟ ਕਿੱਥੇ ਲਾਈ ਕਰਦਾ ਹੈ, ਉਹ ਇਸ ਸਰਕਲ ਦੇ ਉੱਪਰ ਲਾਈ ਕਰਦਾ ਹੈ। ਤਾਂ Z1 ਪੁਆਇੰਟ ਕਿਤੇ ਵੀ ਹੋ ਸਕਦਾ ਬੇਟਾ ਇਸ ਸਰਕਲ ਦੇ ਉੱਪਰ, ਤੇ Z2 ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰਦਾ ਹੈ, ਤਾਂ Z2 ਇਸ ਸਰਕਲ ਦੇ ਉੱਪਰ ਹੈ। ਆਪਾਂ ਚਾਹੁੰਦੇ ਆ ਵੀ ਉਹਨਾਂ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ ਮਿਨੀਮਮ ਹੋਵੇ, ਮਤਲਬ ਪੁਆਇੰਟ ਬਿਲਕੁਲ ਕਲੋਜ਼ੈਸਟ ਹੋਣ। ਤਾਂ ਆਪਾਂ ਨੂੰ ਪਤਾ ਹੈ ਸ਼ਾਰਟੈਸਟ ਡਿਸਟੈਂਸ ਕਦੋਂ ਹੁੰਦਾ ਬੇਟਾ, ਸਟ੍ਰੇਟ ਲਾਈਨ ਦੇ ਅਲੋਂਗ। ਤਾਂ ਅਗਰ ਆਪਾਂ ਇਸ ਲਾਈਨ ਨੂੰ ਇਨਕਰੀਜ਼ ਕਰੀਏ, ਠੀਕ ਹੈ, ਦੇਖੋ ਤਾਂ ਆਪਣੇ ਕੋਲੇ ਕੀ ਹੈ, ਆਹ ਵਾਲਾ ਡਿਸਟੈਂਸ ਇੰਨਾ 5 ਆ ਗਿਆ, ਇਹਦਾ ਰੇਡੀਅਸ ਕਿਉਂਕਿ 3,4 ਹੈ, ਤਾਂ ਆ ਵੀ ਉਹਦਾ ਰੇਡੀਅਸ ਹੈ, ਆ 5 ਆ ਗਿਆ। ਤੇ ਸਾਰੀ ਵੈਲਿਊ ਕੀ ਹੈ ਬੇਟਾ, ਸਾਰੀ ਵੈਲਿਊ ਵੱਡੇ ਸਰਕਲ ਦਾ ਰੇਡੀਅਸ ਹੈ, ਵੱਡੇ ਸਰਕਲ ਦਾ ਰੇਡੀਅਸ ਕਿੰਨਾ 12। ਤਾਂ ਇਟ ਮੀਨਸ ਜਿਹੜੇ ਆ ਦੋ ਪੁਆਇੰਟ ਹੈ, ਆਹ ਵਾਲੇ ਪੁਆਇੰਟ ਤੇ ਆਹ ਵਾਲੇ ਪੁਆਇੰਟ, ਇਸ ਪੁਆਇੰਟ ਨੂੰ ਆਪਾਂ Z1 ਮੰਨ ਸਕਦੇ ਹਾਂ, ਠੀਕ ਹੈ, ਤੇ ਇਸ ਪੁਆਇੰਟ ਨੂੰ ਆਪਾਂ ਮੰਨ ਸਕਦੇ ਹਾਂ Z2। ਤਾਂ ਇਹਨਾਂ ਦੋਨਾਂ ਦੇ ਵਿੱਚ ਕਿੰਨਾ ਡਿਸਟੈਂਸ ਆ ਗਿਆ ਬੇਟਾ 2। ਤਾਂ ਮਿਨੀਮਮ ਵੈਲਿਊ ਕਿੰਨੀ ਆਏਗੀ 2। ਅਗਰ ਇਹ ਪੁਆਇੰਟ ਮੰਨ ਲਓ ਆਪਾਂ Z1 ਇੱਥੇ ਲੈਣੇ ਆ, ਠੀਕ ਹੈ, Z2 ਇੱਥੇ ਲੈਣੇ ਆ, ਤਾਂ ਡਿਸਟੈਂਸ ਵੱਧਦਾ ਜਾਏਗਾ। ਉਹਨੇ ਮਿਨੀਮਮ ਪੁੱਛਿਆ, ਤਾਂ ਮਿਨੀਮਮ ਆਪਣੇ ਕੋਲੇ ਇਸ ਲਾਈਨ ਦੇ ਅਲੋਂਗ ਆ ਜਾਏਗਾ, ठीक है। क्वेश्चन थोड़ा कॉम्प्लिकेटेड जरूर है, थोड़ा ट्राई करो, समझने की कोशिश करो बेटा इसमें। 9th क्वेश्चन है, which of the following is equal to क्यूब रूट ऑफ -1। -1 ਦੀ क्यूब रूट फाइंड करनी है। ਤਾਂ ਆਪਾਂ ਨੇ ਥਿਊਰੀ ਚ ਪੜਿਆ ਹੈ ਬੇਟਾ ਕਿ 1 ਦੀ क्यूब रूट ਆਪਾਂ ਨੂੰ ਪਤਾ ਕੀ ਹੁੰਦੀ ਹੈ, 1 ਓਮੇਗਾ ਓਮੇਗਾ ਸਕੁਅਰ। ਆਪਾਂ ਕਿਹਾ ਸੀ -1 ਦੀ क्यूब रूट ਕੀ ਹੁੰਦੀ ਹੈ, -1 ਓਮੇਗਾ ਸਕੁਅਰ। ਤਾਂ ਇੱਥੇ ਆਪਾਂ ਵੈਲਿਊਜ਼ ਪੁੱਟ ਕਰਤੀ ਓਮੇਗਾ ਦੀ ਔਰ ਓਮੇਗਾ ਸਕੁਅਰ ਦੀ। ਤਾਂ ਸੋਲਵ ਕਰਕੇ ਆ ਗਏ क्यूब रूट -1 ਦੇ, ਪਰ ਇਹਨਾਂ ਚ ਕੋਈ ਵੀ ਆਪਸ਼ਨ ਚ ਦਿਖ ਨਹੀਂ ਰਿਹਾ ਆਪਾਂ ਨੂੰ। ਤਾਂ ਇਟ ਮੀਨਸ ਆਪਸ਼ਨ ਨੂੰ ਵੀ ਥੋੜਾ ਜਿਹਾ ਸੋਲਵ ਕਰਕੇ ਦੇਖਣ ਦੀ ਜ਼ਰੂਰਤ ਹੈ। ਇਹ ਆਪਸ਼ਨ ਨੂੰ ਆਪਾਂ ਸੋਲਵ ਕੀਤਾ ਬੇਟਾ, ਤਾਂ √3 -1 ਦੇ ਸਕੁਅਰ ਰੂਟ ਨੂੰ ਆਇਟਾ ਲਿਖਤਾ, ਤਾਂ √3 + ਆਇਟਾ/2 ਮੈਚ ਨਹੀਂ ਕਰਦਾ, ਤਾਂ ਇਹ ਆਪਸ਼ਨ ਹੋ ਗਈ ਆਪਣੀ ਕੈਂਸਲ। ਬੀ ਆਪਸ਼ਨ ਕੀ ਹੈ, ਬੀ ਆਪਸ਼ਨ ਨੂੰ ਥੋੜਾ ਜਿਹਾ ਸੋਲਵ ਕੀਤਾ, -√3 -1 ਨੂੰ ਕੀ ਕੀਤਾ, ਆਇਟਾ ਲਿਖ ਲਿਆ, -4 ਹੈ ਉਹਨੂੰ 2 ਆਇਟਾ ਲਿਖ ਲਿਆ। ਇੱਥੇ ਕੀ ਕੀਤਾ ਬੇਟਾ ਆਪਾਂ ਨੇ, ਜਿਹੜਾ ਆਹ ਹੈਗਾ ਇਸ ਨੂੰ ਆਪਾਂ ਲਿਖਿਆ √3 ਆਇਟਾ ਸਕੁਅਰ ਪਲੱਸ ਆਇਟਾ/2 ਆਇਟਾ, ਤੇ ਇੱਕ ਆਇਟਾ ਕੈਂਸਲ ਕਰਤਾ ਆਪਾਂ ਨੇ, ਐਵੇਂ ਬਣਾਇਆ, ठीक है। स्टेप ਛੱਡਤਾ, ਥੋੜੀ ਜੀ ਕੋਸ਼ਿਸ਼ ਕਰਨੀ ਹੈ ਕੈਲਕੂਲੇਸ਼ਨ ਜਲਦੀ ਕਰਨ ਦੀ। ਤਾਂ ਹੁਣ ਇਹ ਵਾਲੀ ਆਪਸ਼ਨ ਤਾਂ ਕੀ ਹੋਈ ਆਪਣੀ, ਇਹਦੇ ਨਾਲ ਮੈਚ ਕਰ ਗਈ, ठीक है। ਇਹਦਾ ਮਤਲਬ ਸਹੀ ਹੈ, क्यूब रूट ਹੈਗਾ -1 ਦਾ, ਤਾਂ ਆਨਸਰ ਆ ਗਿਆ बी ਆਪਸ਼ਨ। 10th क्वेश्चन है बेटा, इक्वेशन ऑफ स्मॉलेस्ट डिग्री विद रियल कोएफिशिएंट्स हैविंग 1 + आयटा एज वन ऑफ द रूट्स। ਤਾਂ ਆਪਾਂ ਨੇ ਬੇਟਾ ਟੌਪਿਕ ਪੜਿਆ ਹੋਇਆ ਕੁਆਡਰੈਟਿਕ ਇਕੁਏਸ਼ਨ ਦੇ ਵਿੱਚ ਜਾ ਕੇ, ਜਿੱਥੇ ਆਪਾਂ ਸਪੈਸ਼ਲੀ ਦੱਸਿਆ ਸੀ ਕਿ ਜਿਹੜੀ ਫੰਡਾਮੈਂਟਲ ਥਿਓਰਮ ਹੁੰਦੀ ਹੈ ਉਹਦੇ ਐਗਜ਼ੈਕਟਲੀ ਫੰਡਾਮੈਂਟਲ ਥਿਓਰਮ ਕੀ ਦੱਸਦੀ ਹੈ ਕਿ ਕੋਈ ਵੀ ਆਪਣੇ ਕੋਲੇ ਜਿਹੜੀ ਇਕੁਏਸ਼ਨ ਹੈ, ਜਿੰਨੀ ਉਹਦੀ ਡਿਗਰੀ ਹੈ ਉਨੇ ਹੀ ਉਹਦੇ ਰੂਟਸ ਹੁੰਦੇ ਆ, ਠੀਕ ਹੈ। ਔਰ ਇਹ ਵੀ ਸੀ ਕਿ ਅਗਰ ਆਪਣੇ ਕੋਲੇ ਕੋਐਫੀਸ਼ੀਐਂਟਸ ਰੀਅਲ ਹੋਣ ਤਾਂ ਉਹਦੇ ਨਾਨ ਰੀਅਲ ਰੂਟਸ ਹਮੇਸ਼ਾ ਪੇਅਰਸ ਦੇ ਵਿੱਚ ਹੁੰਦੇ ਆ, ठीक है। ਤਾਂ ਆਪਣੇ ਕੋਲੇ ਕੋਐਫੀਸ਼ੀਐਂਟਸ ਇੱਥੇ ਦਿੱਤਾ ਹੋਇਆ ਕੁਐਸਚਨ 'ਚ ਵੀ ਰੀਅਲ ਹੈ, ਇਹਦਾ ਮਤਲਬ ਨਾਨ ਰੀਅਲ ਰੂਟਸ ਪੇਅਰਸ 'ਚ ਹੋਣੇ ਚਾਹੀਦੇ ਆ। अगर एक रूट 1 + आयोटा है तो दूसरा रूट की होगा डेफिनेटली 1 - आयोटा होगा।
ਤਾਂ ਜਦੋਂ ਆਪਾਂ ਨੂੰ ਦੋਨੋਂ ਰੂਟ ਹੀ ਪਤਾ ਲੱਗ ਗਏ ਫਿਰ ਇਕੁਏਸ਼ਨ ਬਣਾਣੀ ਕੀ ਔਖੀ ਹੈ, ਸਮ ਆਫ ਰੂਟਸ ਕੱਢ ਲਓ। ਇਹ ਤਾਂ ਆਪਾਂ ਇੱਥੇ ਲਿਖਿਆ, ਤੁਹਾਨੂੰ ਤਾਂ ਲਿਖਣ ਦੀ ਜ਼ਰੂਰਤ ਵੀ ਨਹੀਂ ਬੇਟਾ। उसका 1 प्लस आयटा है, दूसरा 1 माइनस आयटा है, सम कितना आ गया इन्हों का 2। प्रोडक्ट वास्ते अपन ने फार्मूला पढ़ा है, ठीक है, x प्लस आयटा y x माइनस आयटा y वाला सीधा वो फार्मूला लगाता, तब प्रोडक्ट कितनी आ गई 2 आ गई। तो इक्वेशन सारे बच्चों को पता है x स्क्वायर माइनस सम ऑफ रूट्स इनटू x प्लस प्रोडक्ट ऑफ रूट्स। तो वैल्यू पुट करते सम दी ते प्रोडक्ट दी, तो आंसर आ गया अपने को बी ऑप्शन। नेक्स्ट क्वेश्चन है बेटा 11th, एम्पलीट्यूड ऑफ z माइनस 2 माइनस 3 आयटा इज पाई बाय 4। ਤਾਂ ਆਪਾਂ ਇਸ ਦਾ ਲੋਕਸ ਫਾਈਂਡ ਕਰਨਾ ਹੈ z ਦਾ, ਠੀਕ ਹੈ। z ਦਾ ਲੋਕਸ मतलब इक्वेशन फाइंड करनी है जिस इक्वेशन ਨੂੰ z ਸੈਟੀਸਫਾਈ ਕਰਦਾ, ਠੀਕ ਹੈ। ਤਾਂ ਸਿੰਪਲ, ਤਾਂ ਆਪਾਂ ਕੀ ਕੀਤਾ ਜੀ, z ਦੀ ਜਗ੍ਹਾ ਪੁਆਇੰਟ ਪੁੱਟ ਕਰਤਾ, z ਦੀ ਜਗ੍ਹਾ x plus आयटा y। ਆਰਗੂਮੈਂਟ ਫਾइंड करना है। ਇੱਕ ਸਟੈਪ ਇੱਥੇ ਆਪਾਂ ਸਕਿਪ ਕਰਤਾ ਬੇਟਾ, ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ, ਇੱਕ ਵਾਰ ਲਿਖ ਦਿੰਨੇ ਆ ਤਾਂ ਕਿ ਆਪਣੀ ਸਮਝ ਆ ਜਾਏ। तो x minus 2 plus iota y minus 3, ठीक है। तो आर्गूमेंट की होंगे बेटा tan इनवर्स y अपन x, तो tan इनवर्स y minus 3 over x minus 2 इक्वल टू पाई बाय 4। तो tan इनवर्स उधर जाके की बन जाएगा tan पाई बाय 4 की हो जाएगा 1, ठीक है। तो tan पाई बाय 4 1 हो गया, क्रॉस मल्टीप्लाई करता, सॉल्व किया तो आंसर आ गया बेटा x minus y plus 1, ठीक है। बिल्कुल आसान क्वेश्चन सीगा। और लास्ट क्वेश्चन बेटा स्केयर रूट ਦਾ, पता नहीं स्केयर रूट ਦੇ ਦੋ क्वेश्चन क्यों ਪਾਤੇ ਇੱਕੋ ਹੀ एग्जाम ਦੇ ਵਿੱਚ, ਕੋਈ ਸੈਂਸ ਨਹੀਂ ਬਣਦੀ, लेकिन फिर भी चलो आया ਤਾਂ ਆਪਣੇ ਲਈ ਤਾਂ ਬਹੁਤ ਵਧੀਆ ਗੱਲ ਸੀ, क्योंकि ਆਪਾਂ ਨੂੰ पता है कि ਇੱਥੇ ਕੀ ਹੈ माइनस है, तो आंसर भी माइनस वाला आऊगा। तो आंसर माइनस वाला है ही एक ऑप्शन। क्वेश्चन पढ़न सारी क्वेश्चन खत्म हो गया, कुछ करन ਦੀ ਲੋੜ ਹੀ ਨਹੀਂ, क्योंकि ए सी ਤੇ डी ऑप्शन ਤਾਂ आंसर हो ही नहीं ਸਕਦੇ ਸੀਗੇ। ਤੇ ਵੈਸੇ ਆਪਾਂ ਨੇ ਕਿਹਾ ਸੀ ਵੀ ਜੇ ਚੈੱਕ ਕਰਨਾ ਹੋਵੇ ਤਾਂ ਆਪਾਂ ਇਹਦਾ ਸਕੇਅਰ ਕਰਕੇ ਦੇਖਿਆ ਤਾਂ ਉਹ ਮੈਚ ਕਰ ਗਿਆ, ठीक है जी। तो करते रहो बेटा तैयारी, पूरे सारे चैप्टर्स दे करांगे बेटा प्रीवियस ईयर क्वेश्चंस, पहला 41 काट दे फिर बाकी पेपर्स दे भी। तो सारे वीडियोस देखने वास्ते बेटा चैनल ਨੂੰ लाइक और सब्सक्राइब जरूर करो। थैंक यू।